मेरे बहुत ही प्यारे प्यारे बच्चों, सत श्री अकाल। मेरा मन तो अज बहुत ही उदास है। ओ डड्डे वीर, मैं तो आप बहुत उदास हाँ। ओ बई तुसी उदास क्यों बैठे हो? सारिਆਂ ने ऐ क्यों मुंह लटकाया है? की गल होगी? ओ टैंके वीर, तेनू की दसीए, साडा खेडण नू जी करी जांदा पर कोई खेड ही नहीं सुझरी। की खेडीए? आ सानू कित्थे ले आया तू? ओए देखो तो सही, अपने वर्गे साथी बैठे ने। आपां इन्हां नाल मजेदार खेड खेडांगे। हाँ, बहुत वधिया खेड। इस खेड च पता है की करना हुंदा है? की अपने वर्गा साथी लभना हुंदा है। अपनी शक्ल वर्गा अपना साथी लभना है। अच्छा, हाँ, आ देखो, मैं अपना साथी लभ लियाया। देखो टैंका टैंका, देखो जी, टैंके ने तो अपना जोड़ीदार लभ लिया। टैंके ने जोड़ी बना ली है। हुण दसो कौन बनाएगा? ओ बई, मैं भी अपना जोड़ीदार लभ लिया। देखो, मैं अपनी शक्ल वर्गा ठट्ठा अखर लभ लिया। ठट्ठा ठट्ठा, हाँ जी। ओ मैं भी अपनी शक्ल वर्गा अखर लभ लिया। डड्डा, देखो मेरा जोड़ीदार डड्डा किन्ना सोहना सुनक्खा, किड्डा बड्डा। हाँ भाई, बड़ा मजा आ रहा है भाई खेड खेड के तो। ओ मैं ढड्डे ने भी अपनी जोड़ी लभ ली है। देखो भाई ढड्डा किड्डा सोहना अखर। ते मैं नाणे ने भी अपनी जोड़ी लभ ली है। देखो जी नाना किड्डा सोहना। बड़ा मजा आ रहा है भी टैंके वीर। प्यारे बच्चियों, टैंका, ठट्ठा, डड्डा, ढड्डा ते नाना बड़े मजे कर रहे ने अपनियां जोड़ियां दे नाल। अपना जोड़ीदार लभ के देखो तां हुण किन्ने खुश ने। प्यारे बच्चियों, तुसी भी फ्लैश कार्ड बना के ਇਹ ਅੱਖਰ ਜੋੜੀ ਖੇਡ ਸਕਦੇ ਹੋ। ਹੁਣ ਵਾਰੀ ਹੈ ਘਰ ਦੇ ਕੰਮ ਦੀ। ਪਿਆਰੇ ਬੱਚਿਓ, ਤੁਸੀਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਦਾ ਪੰਨਾ ਨੰਬਰ 31 ਤੇ 32 ਖੋਲੋ ਤੇ ਉਸ ਵਿੱਚ ਹੇਠਾਂ ਦਿੱਤਾ ਲਿਖਣ ਦਾ ਅਭਿਆਸ ਕਰੋ ਤੇ ਪੰਨਾ ਨੰਬਰ 34 ਤੇ ਅੱਖਰ ਨੂੰ ਠੀਕ ਅੱਖਰ ਨਾਲ ਮਿਲਾਓ। अच्छा प्यारे बच्चों, धन्यवाद, फिर मिलेंगे। जमात प्याली विशा गणित। प्यारे बच्चों, ਅੱਜ ਅਸੀਂ ਆਪਣੀ ਕਿਤਾਬ ਦੇ ਪੰਨਾ ਨੰਬਰ 29 ਤੇ ਦਿੱਤੇ ਹੋਏ ਸਵਾਲਾਂ ਨੂੰ ਹੱਲ ਕਰਨਾ ਸਿੱਖਾਂਗੇ। ਆਓ ਸ਼ੁਰੂ ਕਰੀਏ। ਦੇਖੋ ਬੱਚਿਓ, ਵੱਡੇ ਅੰਕ ਅਤੇ ਛੋਟੇ ਅੰਕ ਵਿੱਚ ਸਮਝ ਲਓ ਤੁਸੀਂ ਟੱਕਰ। ਵੱਡੇ ਅੰਕ ਨੂੰ ਲੱਭ ਕੇ ਲਗਾਓ ਉਸ 'ਤੇ ਚੱਕਰ। ਹਾਂਜੀ ਬੱਚਿਓ, ਅੱਜ ਅਸੀਂ ਵੱਡੇ ਅੰਕ ਨੂੰ ਲੱਭ ਕੇ ਉਹਨਾਂ 'ਤੇ ਚੱਕਰ ਲਗਾਉਣਾ ਹੈ। ਇਹ ਦੇਖੋ, ਇਹ ਸੰਖਿਆ ਪੱਟੀ ਹੈ। ਇਸ 'ਤੇ 1 ਤੋਂ 9 ਤੱਕ ਸੰਖਿਆਵਾਂ ਲਿਖੀਆਂ ਹੋਈਆਂ ਹਨ। ਸਭ ਤੋਂ ਛੋਟਾ ਅੰਕ 1, 1 ਤੋਂ ਵੱਡਾ ਅੰਕ 2, 2 ਤੋਂ ਵੱਡਾ ਅੰਕ 3, 3 ਤੋਂ ਵੱਡਾ ਅੰਕ 4, 4 ਤੋਂ ਵੱਡਾ ਅੰਕ 5, 5 ਤੋਂ ਵੱਡਾ ਅੰਕ 6, 6 ਤੋਂ ਵੱਡਾ ਅੰਕ 7, 7 ਤੋਂ ਵੱਡਾ ਅੰਕ 8 ਅਤੇ 8 ਤੋਂ ਵੱਡਾ ਅੰਕ 9। ਤਾਂ ਦੇਖੋ, ਸਭ ਤੋਂ ਛੋਟਾ ਅੰਕ 1 ਹੈ ਅਤੇ ਬੱਚਿਓ ਸਭ ਤੋਂ ਵੱਡਾ ਅੰਕ 9 ਹੈ। ਹੁਣ ਅਸੀਂ ਇਸ ਆਧਾਰ ਤੇ ਕੁਝ ਸਵਾਲ ਹੱਲ ਕਰਾਂਗੇ। ਦੇਖੋ, ਇੱਥੇ 2 ਅੰਕ ਹਨ, 2 ਅਤੇ 5। ਦੱਸੋ, ਅੰਕ 2 ਅਤੇ ਅੰਕ 5 ਵਿੱਚੋਂ ਕਿਹੜਾ ਅੰਕ ਵੱਡਾ ਹੈ?
ਸੰਖਿਆ ਪੱਟੀ ਤੇ ਦੇਖੋ, ਇਹ ਅੰਕ 2 ਹੈ ਅਤੇ ਇਹ ਅੰਕ 5 ਹੈ। ਅੰਕ 2 ਤੋਂ ਵੱਡਾ ਅੰਕ 3, ਅੰਕ 3 ਤੋਂ ਵੱਡਾ ਅੰਕ 4 ਅਤੇ ਅੰਕ 4 ਤੋਂ ਵੱਡਾ ਅੰਕ 5 ਹੈ। ਦੱਸੋ ਬੱਚਿਓ, ਹੁਣ ਕਿਹੜੇ ਅੰਕ ਤੇ ਚੱਕਰ ਲਗਾਵਾਂਗੇ? ਹਾਂਜੀ, ਅੰਕ 5 ਤੇ। ਅੱਗੇ ਦੇਖੋ ਬੱਚਿਓ, ਇੱਥੇ ਅੰਕ 4 ਅਤੇ ਅੰਕ 3 ਦਿੱਤਾ ਹੋਇਆ ਹੈ। ਆਓ ਲੱਭਦੇ ਹਾਂ ਕਿ ਅੰਕ 4 ਅਤੇ ਅੰਕ 3 ਵਿੱਚੋਂ ਕਿਹੜਾ ਅੰਕ ਵੱਡਾ ਹੈ। ਆਓ ਸੰਖਿਆ ਪੱਟੀ ਵੱਲ ਜਾਂਦੇ ਹਾਂ ਤਾਂ ਦੇਖੋ, ਅੰਕ 3 ਤੋਂ ਵੱਡਾ ਅੰਕ 4 ਹੈ। ਹੁਣ ਅਸੀਂ ਕਿਹੜੇ ਅੰਕ ਤੇ ਚੱਕਰ ਲਗਾਵਾਂਗੇ? ਹਾਂਜੀ, ਅੰਕ 4 ਤੇ। ਅੰਕ 4 ਅੰਕ 3 ਤੋਂ ਵੱਡਾ ਹੈ। ਅਗਲੇ ਸਵਾਲ ਵਿੱਚ ਅਸੀਂ ਲੱਭਣਾ ਹੈ ਕਿ ਅੰਕ 8 ਅਤੇ ਅੰਕ 7 ਵਿੱਚੋਂ ਕਿਹੜਾ ਅੰਕ ਵੱਡਾ ਹੈ। ਤਾਂ ਦੱਸੋ ਬੱਚਿਓ, ਇਹਨਾਂ ਦੋਹਾਂ ਅੰਕਾਂ ਵਿੱਚੋਂ ਕਿਹੜਾ ਅੰਕ ਵੱਡਾ ਹੈ? ਹਾਂਜੀ, ਸ਼ਾਬਾਸ਼, ਅੰਕ 8। ਅੰਕ 7 ਨਾਲੋਂ ਅੰਕ 8 ਵੱਡਾ ਹੈ। ਇਸ ਤੇ ਚੱਕਰ ਲਗਾਉਂਦੇ ਹਾਂ। ਅੱਗੇ ਦੇਖੋ, ਇਹ ਅੰਕ 9 ਹੈ ਅਤੇ ਇਹ ਅੰਕ 6 ਹੈ। ਸੰਖਿਆ ਪੱਟੀ ਨੂੰ ਦੇਖੋ ਬੱਚਿਓ, ਅੰਕ 6 ਤੋਂ ਵੱਡਾ ਅੰਕ 7, ਅੰਕ 7 ਤੋਂ ਵੱਡਾ ਅੰਕ 8 ਅਤੇ ਅੰਕ 8 ਤੋਂ ਵੱਡਾ ਅੰਕ 9 ਹੈ। 9 ਸਭ ਤੋਂ ਵੱਡਾ ਅੰਕ ਹੈ। ਇਸ ਤੇ ਚੱਕਰ ਲਗਾਉਂਦੇ ਹਾਂ। ਅਗਲੇ ਸਵਾਲ ਵਿੱਚ ਵੀ 2 ਅੰਕ ਦਿੱਤੇ ਹੋਏ ਹਨ, ਅੰਕ 3 ਅਤੇ ਅੰਕ 8। ਹੁਣ ਤੁਸੀਂ ਦੱਸੋ, ਇਹਨਾਂ ਦੋਹਾਂ ਅੰਕਾਂ ਵਿੱਚੋਂ ਕਿਹੜਾ ਅੰਕ ਵੱਡਾ ਹੈ? ਹਾਂਜੀ, ਅੰਕ 8। ਅੰਕ 8 ਤੇ ਚੱਕਰ ਲਗਾਉਂਦੇ ਹਾਂ। ਹਾਂਜੀ ਬੱਚਿਓ, ਹੁਣ ਤੁਸੀਂ ਵੀ ਆਪਣੇ ਘਰ ਆਪਣੀ ਕਿਤਾਬ ਦੇ ਪੰਨਾ ਨੰਬਰ 28 ਤੇ ਵੱਡੇ ਅੰਕ ਅਤੇ ਛੋਟੇ ਅੰਕ ਵਿੱਚ ਸਮਝ ਲਓ ਤੁਸੀਂ ਟੱਕਰ। ਵੱਡੇ ਅੰਕ ਨੂੰ ਲੱਭ ਕੇ ਲਗਾਓ ਉਸ ਤੇ ਚੱਕਰ। ਤੁਸੀਂ ਵੱਡੇ ਅੰਕਾਂ ਨੂੰ ਲੱਭ ਕੇ ਉਹਨਾਂ ਤੇ ਚੱਕਰ ਲਗਾਉਣਾ ਹੈ। ਧੰਨਵਾਦ। Hello children, let's learn English. Today we are going to read and write H. Let's read H, her, hut. H, her, hen. H, her, hand. Let's write, children. We will write H in first 3 lines. 1, 2, and 3. Starting from the top, draw a standing line. One more standing line up to the 3rd line. Now go to the middle and join these 2 standing lines with a sleeping line. It's H. Now let's do again. A standing line, one more standing line, and a sleeping line. It's H. Yes, let's repeat it. Standing line, one more standing line, and a sleeping line. It's H. Children, it is letter H. Very good. Let's feel the shape. It is a standing line. Another standing line. These two are joined by a sleeping line. Look, yes, we have done it. So children, we'll write letter H in your notebook. For writing letter H, we will write a standing line, again a standing line, and we will join these standing lines with a sleeping line.
It is H. We will draw a standing line, another standing line up to the third line. Then we will join them with the sleeping line. To write letter H, we will draw a standing line and again a standing line. Join these with the sleeping line. It is H. A standing line, again a standing line and a sleeping line. Great. That's all for today. And now it's time for your homework. Children, you will write a complete page of letter H beautifully in your notebook. I'll meet you again. Till then, keep learning. Bye-bye. ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਆਪਾਂ ਕਰ ਰਹੇ ਹਾਂ ਦੁਲਾਵਾਂ ਮਾਤਰਾ। ਪਿਆਰੇ ਬੱਚਿਓ, ਅੱਜ ਆਪਾਂ ਦੁਲਾਵਾਂ ਮਾਤਰਾ ਦੇ ਉਚਾਰਨ ਨੂੰ ਹੋਰ ਸਮਝਣ ਦਾ ਅਭਿਆਸ ਕਰਾਂਗੇ। ਦੇਖੋ, ਆਪਾਂ ਨੂੰ ਪਤਾ ਲੱਗ ਗਿਆ ਹੈ ਕਿ ਦੁਲਾਵਾਂ ਅੱਖਰ ਦੇ ਸਿਰ ਉੱਪਰ ਲੱਗਦੀਆਂ ਹਨ ਅਤੇ ਇਸ ਦੀ ਆਵਾਜ਼ ਐ ਦੀ ਆਉਂਦੀ ਹੈ। ਆਓ ਪਿਆਰੇ ਬੱਚਿਓ, ਹੁਣ ਆਪਾਂ ਕੁਝ ਹੋਰ ਅੱਖਰਾਂ ਦੀ ਦੁਹਰਾਈ ਕਰੀਏ। ਐ, ਭੈ, ਮੈਂ, ਸੈ, ਕੈ, ਗੈ, ਚੈ, ਪੈ, ਲੈ, ਜੈ। ਪਿਆਰੇ ਬੱਚਿਓ, ਆਓ ਹੁਣ ਆਪਾਂ ਦੁਲਾਵਾਂ ਵਾਲੇ ਕੁਝ ਸ਼ਬਦਾਂ ਨੂੰ ਪੜ੍ਹਨ ਦਾ ਅਭਿਆਸ ਕਰੀਏ। ਪੈਸਾ, ਪੈਸਾ। ਪੈਰ, ਪੈਰ। ਐਨਕ, ਐਨਕ। ਥੈਲਾ, ਥੈਲਾ। ਜੈਬਰਾ, ਜੈਬਰਾ। ਕੈਮਰਾ, ਕੈਮਰਾ। ਮੈਡਮ, ਮੈਡਮ। ਪਿਆਰੇ ਬੱਚਿਓ, ਆਓ ਅਭਿਆਸ ਲਈ ਕੁਝ ਹੋਰ ਸ਼ਬਦਾਂ ਨੂੰ ਪੜ੍ਹਨ ਦਾ ਅਭਿਆਸ ਕਰੀਏ। ਮੈਚ, ਮੈਚ। ਭੈਣ, ਭੈਣ। ਵੈਦ, ਵੈਦ। ਵੈਰ, ਵੈਰ। ਮੈਦਾ, ਮੈਦਾ। ਕੈਦੀ, ਕੈਦੀ। ਪੈਦਲ, ਪੈਦਲ। ਵੈਰੀ, ਵੈਰੀ। ਮੈਲ, ਮੈਲ। ਮੈਦਾਨ, ਮੈਦਾਨ। ਐਤਵਾਰ, ਐਤਵਾਰ। ਸੁਖ ਚੈਨ, ਸੁਖ ਚੈਨ। ਪਿਆਰੇ ਬੱਚਿਓ, ਘਰ ਤੋਂ ਤੁਸੀਂ ਦੁਲਾਵਾਂ ਮਾਤਰਾ ਵਾਲੇ ਸ਼ਬਦਾਂ ਦਾ ਲਿਖਣ ਅਤੇ ਪੜ੍ਹਨ ਦਾ ਅਭਿਆਸ ਕਰਨਾ ਹੈ। ਬਹੁਤ ਬਹੁਤ ਧੰਨਵਾਦ ਬੱਚਿਓ। ਸ਼ਾਬਾਸ਼।
सत श्री अकाल प्यारे बच्चों। आजो प्यारे बच्चों, दूजी श्रेणी के गणित की दुनिया के पेज नंबर 22 के सवाल हल करिए। तो संख्यावां बारे है बच्चों, बिल्कुल पहला बिल्कुल बाद अते विचकार वाली संख्या। तो बच्चों इसनूं संख्या पट्टी कहते हैं। तो इस दे विच जो संख्यावां लिखियां हैं 33 संख्या जो 32 और 34 के बिल्कुल विचकार है, अते 33 तो बिल्कुल पहला संख्या 32 है, अते जो 34 संख्या है बच्चों वो 33 तो बिल्कुल बाद आउंदी है। ते आज आपां होर सवाल हल करते हैं इस तरह दे। अपने कोले बच्चों दो संख्यावां है 32 और 34। तो इन्हां दे विचकार देखते हैं किहड़ी संख्या आवेगी। उपर संख्यावां लिखियां होईयां हन, आपां देखते हैं 32 और 34 विचकार की आवेगा 33। तो 33 संख्या आपां 32 और 34 दे विचकार लिख दिंदे हां। होर सवाल देखते हैं 22 और 24 दे विचकार किहड़ी संख्या आउंदी है। तो बच्चों आपां लिखियां होईयां संख्यावां दे अनुसार देखते हैं कि 22 और 24 दे विचकार संख्या है 23। तो 23 संख्या आपां 22 और 24 दे विचकार लिख दिंदे हां। अगे प्यारे बच्चों देखते हैं आपां 68 और 70 दे विचकार किहड़ी संख्या आउंदी है। तो प्यारे बच्चों जो लिखी गई संख्या की पट्टी है उस विच 68 और 70 दे विचकार 69 संख्या है। तो इत्थे भी 69 संख्या आ जाएगी। तो अगे चलते हैं बच्चों 99 और 91 दे विचकार की आवेगी संख्या। तो आपां देख रहे हाँ, तो यह संख्या लड़ी लिखी हुई है। तो 99 और 91 दे विचकार 90 संख्या है। तो 90 संख्या आप इन्हां दे विचकार लिख दिंदे हाँ। तो इस तरह प्यारे बच्चों होर सवाल हल करते हाँ आपां, जिन्हां विच पहला सवाल है बिल्कुल पहला वाली संख्या लिखनी है। आपां ये कुछ संख्यावां लिखियां हन। सब तो पहला 15 संख्या तो पहला संख्या किहड़ी आवेगी। तो आपां देखते हैं इत्थे 15 संख्या तो पहला 14 संख्या लिखी हुई है। तो 15 तो पहला आपां 14 संख्या लिख देंगे हाँ। तो उस तो बाद है 39 संख्या। 39 तो पहला भी आप देखांगे कि संख्या पट्टी उपर 39 तो पहला किहड़ी संख्या है 38। तो 38 संख्या आपां 39 तो पहला लिख देवांगे। इस तरह दूसरे सवाल तुसीं हल करने हैं सारे। तो इस तरह दूसरा सवाल अपने कोल समझो ते खाली थावां भरो। तो प्यारे बच्चों ये भी आप हल करते हैं इस तरह। अपने कोले पहली संख्या 19 है, अते आप संख्या पट्टी अनुसार देखांगे कि 19 तो बाद की आउंदा है। तो संख्या पट्टी है जिस दे विच 19 तो बाद 20 आउंदा है। तो आप भी 19 तो बाद 20 संख्या लिख देंगे हाँ। तो उस तो अगे है बच्चों 29 संख्या। 29 तो पहला खाली थां है। तो आप देखते हाँ कि इत्थे की लिखा होया 29 तो पहला किहड़ी संख्या है 28। तो 28 संख्या आप 29 तो पहला भर देंगे हाँ। ते इसे तरह ही प्यारे बच्चों अगे 39 संख्या है। तो उस तो बाद विच खाली थां है। तो आप लिखियां संख्यावां विच देखांगे कि 39 तो बाद विच 40 आ रही है। तो आप 39 तो बाद 40 लिख देंगे हाँ। तो इस तरह दूसरे सवाल तुसीं आप हल करने हैं इन्हां नूं समझ के। ते अगे तीसरे नंबर ते प्यारे बच्चों आप करते हाँ बिल्कुल बाद वाली संख्या। तो आप देखते हाँ सब तो पहला 19 संख्या है। तो 19 तो बिल्कुल बाद जो संख्या आ रही है 20 आ रही है। तो आप 20 लिख देवांगे 19 तो बाद। ते अगे प्यारे बच्चों अपने कोल संख्या है 40। तो आप 40 तो बिल्कुल बाद वाली संख्या पट्टी विच देखांगे कि 40 तो बिल्कुल बाद वाली संख्या जो अपने कोल है 41 है। तो आप इस तो 40 तो बाद 41 लिख देंगे हाँ। ना इस तरह बच्चों सारे सवाल तुसीं हल करने हैं। तो पेज नंबर 22 के सारे सवाल हल करके देखने हैं। तो फिर मिलांगे बच्चों। बाय बाय, टेक केयर।
kids. Today we are going to start our next lesson, lesson 3. Vowel sound A. Today we are going to read some words ending with sound at. Let's start. At. Bat. Bat. At. Cat. Cat. At. Fat. Fat. At. Hat. Hat. At. Mat. Mat. At. Bat. Bat. At. Rat. A fat rat. At. Sat. Sat. Kids, let's read once again. At. Bat. Bat. At. Cat. Cat. At. Fat. Fat. At. Hat. Hat. At. Mat. Mat. At. Bat. Bat. At. What I said? A fat rat. At. Sat. Sat. Let's read once more time, kids. Bat. Bat. Mat. Cat. Fat. Hat. Rat. Sat. It's time for homework. Kids, write down these words in your notebook. Keep learning. Thank you. ਬੱਚਿਓ, ਸਮੇਂ ਦੀ ਕਦਰ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਰੱਖਦੀ ਹੈ। ਹਰ ਕੰਮ ਨੂੰ ਜੇਕਰ ਸਹੀ ਸਮੇਂ 'ਤੇ ਕੀਤਾ ਜਾਵੇ ਤਾਂ ਅਸੀਂ ਜੀਵਨ ਵਿੱਚ ਹਮੇਸ਼ਾ ਸਫਲ ਹੁੰਦੇ ਹਾਂ। ਆਓ ਸਹੀ ਸਮੇਂ ਦੀ ਵਰਤੋਂ ਉਪ ਵਿਸ਼ੇ ਅਨੁਸਾਰ ਤਸਵੀਰਾਂ ਰਾਹੀਂ ਸਮੇਂ ਦੀ ਮਹੱਤਤਾ ਨੂੰ ਜਾਣੀਏ। ਪਿਆਰੇ ਬੱਚਿਓ, ਪਹਿਲੀ ਤਸਵੀਰ ਸਾਨੂੰ ਕੀ ਦੱਸ ਰਹੀ ਹੈ ਕਿ ਸਾਡਾ ਸਵੇਰ ਵੇਲੇ ਸਹੀ ਸਮੇਂ 'ਤੇ ਜਾਗਣਾ ਬਹੁਤ ਜ਼ਰੂਰੀ ਹੈ। ਜੋ ਬੱਚਾ ਸਵੇਰੇ ਦੇਰੀ ਨਾਲ ਜਾਗੇਗਾ ਉਸ ਦੇ ਸਾਰੇ ਕੰਮਾਂ ਵਿੱਚ ਓਨੀ ਹੀ ਦੇਰੀ ਹੋ ਜਾਵੇਗੀ। ਪਿਆਰੇ ਬੱਚਿਓ, ਜੇਕਰ ਤੁਸੀਂ ਸਹੀ ਸਮੇਂ 'ਤੇ ਜਾਗ ਕੇ ਤਸਵੀਰ ਵਿੱਚ ਦਿਖਾਏ ਅਨੁਸਾਰ ਸਹੀ ਸਮੇਂ 'ਤੇ ਸਕੂਲ ਪਹੁੰਚੋਗੇ ਤਾਂ ਤੁਸੀਂ ਰੋਜ਼ਾਨਾ ਸਵੇਰ ਦੀ ਸਭਾ ਵਿੱਚ ਭਾਗ ਲੈ ਸਕੋਗੇ, ਜੋ ਕਿ ਸਾਡੇ ਸਰਬਪੱਖੀ ਵਿਕਾਸ ਵਿੱਚ ਬਹੁਤ ਸਹਾਈ ਹੁੰਦੀ ਹੈ। ਸਮੇਂ ਦੀ ਕਦਰ ਨਾ ਕਰਨ ਵਾਲੇ ਬੱਚੇ ਜਮਾਤ ਵਿੱਚ ਵੀ ਦੇਰੀ ਨਾਲ ਪਹੁੰਚਦੇ ਹਨ, ਜਿਸ ਕਾਰਨ ਅਧਿਆਪਕ ਦੁਆਰਾ ਪੜ੍ਹਾਇਆ ਬਹੁਤ ਸਾਰਾ ਪਾਠਕ੍ਰਮ ਕਰਨ ਅਤੇ ਸਮਝਣ ਤੋਂ ਵਾਂਝੇ ਰਹਿ ਜਾਂਦੇ ਹਨ। ਜਿਹੜੇ ਬੱਚੇ ਸਮੇਂ ਨੂੰ ਵਿਅਰਥ ਗਵਾਉਂਦੇ ਹਨ
ਜਾਂ ਅਧਿਆਪਕ ਦੁਆਰਾ ਪੜ੍ਹਾਏ ਜਾ ਰਹੇ ਵਿਸ਼ੇ ਵੱਲ ਧਿਆਨ ਨਹੀਂ ਦਿੰਦੇ, ਉਹ ਬਾਅਦ ਵਿੱਚ ਪਛਤਾਉਂਦੇ ਹਨ। ਪਿਆਰੇ ਬੱਚਿਓ, ਸਾਡੇ ਜੀਵਨ ਵਿੱਚ ਸਮੇਂ ਦੇ ਅਨੁਸਾਰ ਹੀ ਸਾਨੂੰ ਹਰ ਕਾਰਜ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਤਸਵੀਰ 'ਚ ਦੇਖ ਰਹੇ ਹੋ, ਖੇਡਣ ਦੇ ਸਮੇਂ ਖੇਡੋ। ਕੁਝ ਬੱਚੇ ਕੀ ਕਰਦੇ ਹਨ? ਖੇਡਣ ਦੇ ਸਮੇਂ ਸੋ ਜਾਂਦੇ ਹਨ, ਜਿਸ ਨਾਲ ਉਹਨਾਂ ਦਾ ਪੂਰੀ ਤਰ੍ਹਾਂ ਸਰੀਰਕ ਵਿਕਾਸ ਨਹੀਂ ਹੋ ਪਾਉਂਦਾ। ਪਿਆਰੇ ਬੱਚਿਓ, ਆਓ ਇੱਕ ਵਾਰ ਫਿਰ ਦੁਹਰਾਈ ਕਰੀਏ। ਕੁਝ ਮੌਖਿਕ ਪ੍ਰਸ਼ਨ ਹਨ ਜਿਨ੍ਹਾਂ ਦੇ ਤੁਸੀਂ ਤਸਵੀਰਾਂ ਦੇਖ ਕੇ ਸਹੀ ਉੱਤਰ ਦੱਸਣੇ ਹਨ। ਪਿਆਰੇ ਬੱਚਿਓ, ਤਸਵੀਰਾਂ ਵਿੱਚ 2 ਬੱਚਿਆਂ ਦੇ ਜਾਗਣ ਦਾ ਸਮਾਂ ਦਿਖਾਇਆ ਗਿਆ ਹੈ, ਤਾਂ ਤੁਸੀਂ ਦੱਸਣਾ ਹੈ ਕਿ ਕਿਹੜਾ ਬੱਚਾ ਸਮੇਂ ਸਿਰ ਜਾਗਿਆ ਹੈ। ਬਿਲਕੁਲ ਸਹੀ ਦੱਸਿਆ ਬੱਚਿਓ। ਪਹਿਲੀ ਤਸਵੀਰ ਵਾਲਾ ਬੱਚਾ ਸਹੀ ਸਮੇਂ ਤੇ ਜਾਗਿਆ ਹੈ। ਪਿਆਰੇ ਬੱਚਿਓ, ਅਗਲਾ ਮੌਖਿਕ ਪ੍ਰਸ਼ਨ ਹੈ, ਇਹਨਾਂ ਤਸਵੀਰਾਂ ਵਿੱਚ ਸਮੇਂ ਦੀ ਕਦਰ ਕਿਹੜਾ ਬੱਚਾ ਕਰ ਰਿਹਾ ਹੈ? ਬਿਲਕੁਲ ਸਹੀ ਦੱਸਿਆ ਬੱਚਿਓ। ਦੂਜੀ ਤਸਵੀਰ ਵਾਲਾ ਬੱਚਾ ਸਹੀ ਸਮੇਂ ਤੇ ਸਕੂਲ ਪਹੁੰਚ ਕੇ ਸਵੇਰ ਦੀ ਸਭਾ ਵਿੱਚ ਹਾਜ਼ਰ ਹੈ। ਹਾਂਜੀ ਪਿਆਰੇ ਬੱਚਿਓ, ਅਗਲਾ ਮੌਖਿਕ ਪ੍ਰਸ਼ਨ ਹੈ, ਇਹਨਾਂ ਤਸਵੀਰਾਂ ਵਿੱਚ ਸਹੀ ਸਮੇਂ ਦੀ ਵਰਤੋਂ ਕੌਣ ਕਰ ਰਿਹਾ ਹੈ? ਬਿਲਕੁਲ ਸਹੀ ਦੱਸਿਆ ਬੱਚਿਓ। ਪਹਿਲੀ ਤਸਵੀਰ ਵਿੱਚ ਸਾਰੇ ਬੱਚੇ ਅਧਿਆਪਕ ਜੀ ਦੁਆਰਾ ਪੜ੍ਹਾਏ ਜਾ ਰਹੇ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ। ਅਗਲਾ ਮੌਖਿਕ ਪ੍ਰਸ਼ਨ ਹੈ, ਕਿਹੜਾ ਬੱਚਾ ਤੰਦਰੁਸਤ ਰਹਿ ਸਕਦਾ ਹੈ? ਸ਼ਾਮ ਸਮੇਂ ਖੇਡ ਰਿਹਾ ਬੱਚਾ ਜਾਂ ਸੌਂ ਰਿਹਾ ਬੱਚਾ? ਬਿਲਕੁਲ ਸਹੀ ਦੱਸਿਆ, ਜੋ ਬੱਚਾ ਸ਼ਾਮ ਨੂੰ ਖੇਡ ਰਿਹਾ ਹੈ। ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਮਾਤ ਤੀਜੀ ਦੇ ਪੰਜਾਬੀ ਵਿਸ਼ੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਿਆਰੇ ਬੱਚਿਓ, ਪਾਠ 4 ਦੀਪੂ ਨੇ ਛੁੱਟੀ ਲਈ ਤਾਂ ਤੁਸੀਂ ਪਹਿਲਾਂ ਹੀ ਪੜ੍ਹ ਲਿਆ ਹੈ ਤੇ ਤੁਹਾਨੂੰ ਸਮਝ ਵੀ ਆ ਗਿਆ ਹੋਵੇਗਾ। ਅੱਜ ਆਪਾਂ ਇਸ ਦੇ ਪਾਠ ਅਭਿਆਸ ਦੇ ਵਿੱਚੋਂ ਪ੍ਰਸ਼ਨ ਨੰਬਰ 2 ਮੌਖਿਕ ਪ੍ਰਸ਼ਨ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਦੀਪੂ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ? ਪਾਠ ਵਿੱਚ ਅਸੀਂ ਪੜ੍ਹਿਆ ਹੈ ਕਿ ਦੀਪੂ ਤੀਜੀ ਜਮਾਤ ਵਿੱਚ ਪੜ੍ਹਦਾ ਸੀ। ਦੂਸਰਾ ਪ੍ਰਸ਼ਨ ਸਾਡੇ ਕੋਲ ਹੈ, ਸਵੇਰੇ ਉੱਠ ਕੇ ਦੀਪੂ ਭੱਜਾ ਭੱਜਾ ਕਿੱਥੇ ਗਿਆ? ਪਾਠ ਦੇ ਵਿੱਚ ਅਸੀਂ ਪੜ੍ਹਿਆ ਹੈ ਕਿ ਸਵੇਰੇ ਉੱਠ ਕੇ ਦੀਪੂ ਭੱਜਾ ਭੱਜਾ ਬਾਗ ਦੇ ਵਿੱਚ ਗਿਆ ਸੀ। ਤੀਸਰਾ ਪ੍ਰਸ਼ਨ ਹੈ, ਕੀੜੀਆਂ ਆਪਣਾ ਭੋਜਨ ਕਿੱਥੇ ਇਕੱਠਾ ਕਰ ਰਹੀਆਂ ਸਨ? ਪਾਠ ਵਿੱਚ ਅਸੀਂ ਪੜ੍ਹਿਆ ਸੀ ਕਿ ਕੀੜੀਆਂ ਆਪਣਾ ਭੋਜਨ ਖੁੱਡਾਂ ਦੇ ਵਿੱਚ ਇਕੱਠਾ ਕਰ ਰਹੀਆਂ ਸਨ। ਹੁਣ ਅਸੀਂ ਪ੍ਰਸ਼ਨ ਨੰਬਰ 7 ਠੀਕ ਅੱਗੇ ਸਹੀ ਦਾ ਨਿਸ਼ਾਨ ਲਾਓ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਦੀਪੂ ਸਕੂਲ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਉਸ ਦਾ ਸਕੂਲ ਦੂਰ ਸੀ। ਉਸ ਦਾ ਜੀ ਕਰਦਾ ਸੀ ਕਿ ਸਾਰਾ ਦਿਨ ਖੇਡਦਾ ਰਹੇ। ਉਸ ਨੂੰ ਸਵੇਰੇ ਜਲਦੀ ਉੱਠਣਾ ਪੈਂਦਾ ਸੀ। ਆਓ ਦੇਖਦੇ ਹਾਂ ਕੀ ਹੈ ਇਸ ਦਾ ਉੱਤਰ। ਜਿਵੇਂ ਕਿ ਅਸੀਂ ਪਾਠ ਦੇ ਵਿੱਚ ਪੜ੍ਹਿਆ ਹੈ, ਦੀਪੂ ਦਾ ਜੀ ਕਰਦਾ ਸੀ ਕਿ ਉਹ ਸਾਰਾ ਦਿਨ ਚਿੜੀਆਂ ਨਾਲ, ਕੀੜੀਆਂ ਨਾਲ, ਕੁੱਤਿਆਂ ਨਾਲ ਖੇਡਦਾ ਰਹੇ। ਤਾਂ ਇਸ ਪ੍ਰਸ਼ਨ ਦਾ ਸਹੀ ਉੱਤਰ ਆਏਗਾ, ਉਸ ਦਾ ਜੀ ਕਰਦਾ ਸੀ ਕਿ ਉਹ ਸਾਰਾ ਦਿਨ ਖੇਡਦਾ ਰਹੇ। ਇਸ ਵਾਕ ਦੇ ਅੱਗੇ ਅਸੀਂ ਸਹੀ ਦਾ ਨਿਸ਼ਾਨ ਲਗਾ ਦੇਵਾਂਗੇ। ਅਗਲਾ ਪ੍ਰਸ਼ਨ ਹੈ, ਮਧੂਮੱਖੀਆਂ ਦੀਪੂ ਨਾਲ ਨਹੀਂ ਖੇਡ ਸਕਦੀਆਂ ਸਨ ਕਿਉਂਕਿ ਉਹਨਾਂ ਨੇ ਸ਼ਹਿਦ ਇਕੱਠਾ ਕਰਨਾ ਸੀ। ਉਹ ਥੱਕੀਆਂ ਹੋਈਆਂ ਸਨ। ਉਹਨਾਂ ਨੇ ਆਪਸ ਵਿੱਚ ਖੇਡਣਾ ਸੀ। ਕੀ ਹੈ ਇਸ ਦਾ ਉੱਤਰ? ਜਿਵੇਂ ਕਿ ਅਸੀਂ ਪਾਠ ਦੇ ਵਿੱਚ ਪੜ੍ਹਿਆ ਹੈ ਕਿ ਮਧੂਮੱਖੀਆਂ ਦੀਪੂ ਨੂੰ ਕਹਿੰਦੀਆਂ ਹਨ ਕਿ ਉਹਨਾਂ ਨੇ ਤਾਂ ਸ਼ਹਿਦ ਇਕੱਠਾ ਕਰਨ ਜਾਣਾ ਹੈ, ਇਸ ਲਈ ਉਹ ਨਹੀਂ ਖੇਡ ਸਕਦੀਆਂ। ਇਸ ਲਈ ਇਸ ਦਾ ਸਹੀ ਉੱਤਰ ਹੈ, ਉਹਨਾਂ ਨੇ ਸ਼ਹਿਦ ਇਕੱਠਾ ਕਰਨਾ ਸੀ। ਇਸ ਵਾਕ ਦੇ ਅੱਗੇ ਅਸੀਂ ਸਹੀ ਦਾ ਨਿਸ਼ਾਨ ਲਗਾ ਦੇਵਾਂਗੇ। ਅਗਲਾ ਪ੍ਰਸ਼ਨ ਹੈ, ਕੁੱਤਾ ਦੀਪੂ ਨਾਲ ਨਹੀਂ ਖੇਡਣਾ ਚਾਹੁੰਦਾ ਸੀ ਕਿਉਂਕਿ ਉਸਨੂੰ ਦੀਪੂ ਚੰਗਾ ਨਹੀਂ ਸੀ ਲੱਗਦਾ। ਉਸ ਦਾ ਮਾਲਕ ਘਰ ਬੈਠਾ ਹੋਇਆ ਸੀ। ਉਸਨੇ ਆਪਣੇ ਮਾਲਕ ਦੇ ਘਰ ਦੀ ਰਾਖੀ ਕਰਨੀ ਸੀ। ਕੀ ਹੈ ਇਸ ਦਾ ਉੱਤਰ? ਹਾਂਜੀ, ਅਸੀਂ ਪਾਠ ਦੇ ਵਿੱਚ ਪੜ੍ਹਿਆ ਹੈ ਕਿ ਕੁੱਤੇ ਨੇ ਘਰ ਦੀ ਰਖਵਾਲੀ ਕਰਨੀ ਸੀ, ਇਸ ਲਈ ਉਹ ਦੀਪੂ ਨਾਲ ਨਹੀਂ ਖੇਡ ਸਕਦਾ ਸੀ। ਤਾਂ ਸਹੀ ਉੱਤਰ ਹੈ, ਉਸਨੇ ਆਪਣੇ ਮਾਲਕ ਦੇ ਘਰ ਦੀ ਰਾਖੀ ਕਰਨੀ ਸੀ। ਇਸ ਵਾਕ ਦੇ ਅੱਗੇ ਅਸੀਂ ਸਹੀ ਦਾ ਨਿਸ਼ਾਨ ਲਗਾ ਦੇਵਾਂਗੇ। ਅਗਲਾ ਪ੍ਰਸ਼ਨ ਹੈ, ਚਿੜੀ ਦੀਪੂ ਨਾਲ ਨਹੀਂ ਖੇਡ ਸਕਦੀ ਸੀ ਕਿਉਂਕਿ ਉਸਨੂੰ ਦੀਪੂ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਸੀ। ਉਸਨੇ ਆਪਣਾ ਆਲਣਾ ਬਣਾਉਣਾ ਸੀ। ਉਸ ਦਾ ਆਲਣਾ ਡਿੱਗ ਪਿਆ ਸੀ। ਕੀ ਉੱਤਰ ਹੈ ਇਸ ਦਾ? ਜਿਵੇਂ ਕਿ ਅਸੀਂ ਪਾਠ ਦੇ ਵਿੱਚ ਪੜ੍ਹਿਆ ਹੈ ਕਿ ਚਿੜੀ ਨੇ ਆਪਣਾ ਆਲਣਾ ਬਣਾਉਣਾ ਸੀ ਤਾਂ ਕਿ ਉਹ ਮੀਂਹ ਵਿੱਚ ਭਿੱਜਣ ਤੋਂ ਬਚ ਸਕੇ। ਇਸ ਲਈ ਇਸ ਦਾ ਸਹੀ ਉੱਤਰ ਆਏਗਾ, ਉਸਨੇ ਆਪਣਾ ਆਲਣਾ ਬਣਾਉਣਾ ਸੀ। ਇਸ ਵਾਕ ਦੇ ਅੱਗੇ ਅਸੀਂ ਸਹੀ ਦਾ ਨਿਸ਼ਾਨ ਲਗਾ ਦੇਵਾਂਗੇ। ਅਗਲਾ ਪ੍ਰਸ਼ਨ ਹੈ, ਕੀੜੀਆਂ ਦੀਪੂ ਨਾਲ ਨਹੀਂ ਖੇਡ ਸਕਦੀਆਂ ਸਨ ਕਿਉਂਕਿ ਉਹਨਾਂ ਨੇ ਆਪਣਾ ਭੋਜਨ ਇਕੱਠਾ ਕਰਨਾ ਸੀ।
ਉਹ ਆਪਣੀਆਂ ਖੁੱਡਾਂ ਵਿੱਚ ਬੈਠਣਾ ਚਾਹੁੰਦੀਆਂ ਸਨ। ਉਹਨਾਂ ਨੇ ਦੂਰ ਜਾਣਾ ਸੀ। ਕੀ ਹੈ ਇਸ ਦਾ ਉੱਤਰ? ਜਿਵੇਂ ਕਿ ਅਸੀਂ ਪਾਠ ਦੇ ਵਿੱਚ ਵੀ ਪੜ੍ਹਿਆ ਹੈ ਕਿ ਕੀੜੀਆਂ ਨੇ ਆਪਣਾ ਭੋਜਨ ਇਕੱਠਾ ਕਰਨਾ ਸੀ, ਇਸ ਲਈ ਉਹ ਦੀਪੂ ਨਾਲ ਨਹੀਂ ਖੇਡ ਰਹੀਆਂ ਸਨ। ਤਾਂ ਸਹੀ ਉੱਤਰ ਹੈ ਉਹਨਾਂ ਨੇ ਆਪਣਾ ਭੋਜਨ ਇਕੱਠਾ ਕਰਨਾ ਸੀ। ਇਸ ਵਾਕ ਦੇ ਅੱਗੇ ਅਸੀਂ ਸਹੀ ਦਾ ਨਿਸ਼ਾਨ ਲਗਾ ਦੇਵਾਂਗੇ। ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਕੰਮ ਸਮਝ ਆ ਗਿਆ ਹੋਵੇਗਾ। ਹੁਣ ਤੁਸੀਂ ਵੀ ਇਸ ਨੂੰ ਆਪਣੀ ਕਾਪੀਆਂ ਦੇ ਉੱਤੇ ਲਿਖਣਾ ਹੈ ਅਤੇ ਆਪਣੇ ਅਧਿਆਪਕ ਤੋਂ ਚੈੱਕ ਵੀ ਕਰਵਾਉਣਾ ਹੈ। ਆਪਾਂ ਫਿਰ ਮਿਲਾਂਗੇ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਅਸੀਂ ਸੰਖਿਆਵਾਂ ਦੇ ਵਿਸਤ੍ਰਿਤ ਰੂਪ ਨੂੰ ਹੱਲ ਕਰਨਾ ਸਿੱਖਾਂਗੇ। ਸਾਡੇ ਕੋਲ ਸੰਖਿਆ ਹੈ 369। ਆਓ ਬੱਚਿਓ ਹੁਣ ਅਸੀਂ ਸੰਖਿਆ 369 ਦੇ ਬਰਾਬਰ ਮੁੱਲ ਦੇ ਕਰੰਸੀ ਨੋਟ ਲੈਂਦੇ ਹਾਂ। 100, 200, 300, 310, 320, 330, 340, 350, 360, 361, 362, 363, 364, 365, 366, 367, 368, 369। ਬੱਚਿਓ, ਸਾਨੂੰ ਇਹ ਪਤਾ ਹੈ ਇਕਾਈ ਦੇ ਸਥਾਨ ਲਈ ਅਸੀਂ 1 ਰੁਪਏ ਦੇ ਨੋਟ ਵਰਤਦੇ ਹਾਂ, ਇਸ ਲਈ ਇਕਾਈ ਵਾਲੇ ਪਾਸੇ ਅਸੀਂ 1 ਰੁਪਏ ਦੇ ਨੋਟ ਰੱਖ ਦੇਵਾਂਗੇ। ਦਹਾਈ ਦੇ ਸਥਾਨ ਲਈ ਅਸੀਂ 10 ਰੁਪਏ ਦੇ ਨੋਟ ਵਰਤਦੇ ਹਾਂ, ਦਹਾਈ ਵਾਲੇ ਪਾਸੇ ਅਸੀਂ 10 ਰੁਪਏ ਦੇ ਨੋਟ ਰੱਖ ਦੇਵਾਂਗੇ। ਇਸੇ ਤਰ੍ਹਾਂ ਸੈਂਕੜੇ ਦੇ ਲਈ ਅਸੀਂ 100 ਦੇ ਨੋਟ ਵਰਤਦੇ ਹਾਂ, ਤਾਂ ਸੈਂਕੜੇ ਵਾਲੇ ਸਥਾਨ ਦੇ ਪਾਸੇ ਅਸੀਂ 100 ਦੇ ਨੋਟ ਰੱਖ ਦੇਵਾਂਗੇ। ਬੱਚਿਓ, ਹੁਣ ਅਸੀਂ ਦੇਖਾਂਗੇ ਸੰਖਿਆ 369 ਦੇ ਵਿੱਚ ਇਕਾਈ, ਦਹਾਈ ਅਤੇ ਸੈਂਕੜੇ ਦੇ ਸਥਾਨ ਤੇ ਕਿਹੜਾ ਅੰਕ ਆਵੇਗਾ। ਇਕਾਈ ਦੇ ਲਈ ਅਸੀਂ 1 ਰੁਪਏ ਦੇ ਨੋਟਾਂ ਨੂੰ ਵਰਤਦੇ ਹਾਂ, ਤਾਂ ਅਸੀਂ 1 ਰੁਪਏ ਦੇ ਨੋਟ ਗਿਣਾਂਗੇ। 1 2 3 4 5 6 7 8 9। ਇਸ ਲਈ ਇਕਾਈ ਦੇ ਸਥਾਨ ਤੇ 9 ਦਾ ਅੰਕ ਆਵੇਗਾ। ਹੁਣ ਅਸੀਂ ਦਹਾਈ ਦੇ ਸਥਾਨ ਲਈ 10 ਰੁਪਏ ਦੇ ਨੋਟਾਂ ਨੂੰ ਗਿਣਾਂਗੇ। 1 2 3 4 5 6। ਤਾਂ ਸਾਡੇ ਕੋਲ ਦਹਾਈ ਦੇ ਸਥਾਨ ਤੇ 6 ਦਾ ਅੰਕ ਆਵੇਗਾ। ਹੁਣ ਅਸੀਂ ਸੈਂਕੜੇ ਦੇ ਲਈ 100 ਦੇ ਨੋਟਾਂ ਨੂੰ ਗਿਣਾਂਗੇ। 1 2 3। ਤਾਂ ਸਾਡੇ ਕੋਲ ਸੈਂਕੜੇ ਦੇ ਸਥਾਨ ਤੇ 3 ਦਾ ਅੰਕ ਆਵੇਗਾ। ਬੱਚਿਓ, ਹੁਣ ਅਸੀਂ ਸੰਖਿਆ 369 ਦਾ ਵਿਸਤ੍ਰਿਤ ਰੂਪ ਦੇਖਾਂਗੇ। ਸਾਡੇ ਕੋਲ ਸੈਂਕੜੇ ਦੇ ਸਥਾਨ ਤੇ 3 ਦਾ ਅੰਕ ਹੈ, ਤਾਂ ਇਸ ਦਾ ਮਤਲਬ ਸੰਖਿਆ 369 ਵਿੱਚ 3 ਸੈਂਕੜੇ ਹਨ। ਸਾਡੇ ਕੋਲ ਦਹਾਈ ਦੇ ਸਥਾਨ ਤੇ 6 ਦਾ ਅੰਕ ਹੈ, ਇਸ ਦਾ ਮਤਲਬ ਸੰਖਿਆ 369 ਦੇ ਵਿੱਚ 6 ਦਹਾਈਆਂ ਹਨ। ਇਸੇ ਤਰ੍ਹਾਂ ਸਾਡੇ ਕੋਲ ਇਕਾਈ ਦੇ ਸਥਾਨ ਤੇ 9 ਦਾ ਅੰਕ ਹੈ, ਤਾਂ ਇਸ ਦਾ ਮਤਲਬ ਸੰਖਿਆ 369 ਦੇ ਵਿੱਚ 9 ਇਕਾਈਆਂ ਹਨ। ਤਾਂ ਸੰਖਿਆ 369 ਦਾ ਵਿਸਤ੍ਰਿਤ ਰੂਪ ਹੈ 3 ਸੈਂਕੜੇ, 6 ਦਹਾਈਆਂ, 9 ਇਕਾਈਆਂ। ਬੱਚਿਓ, ਘਰ ਵਿੱਚ ਤੁਸੀਂ ਇਸ ਸਵਾਲ ਦੀ ਰਕਮ ਨੂੰ ਆਪਣੀ ਕਾਪੀ ਦੇ ਉੱਪਰ ਲਿਖਣਾ ਹੈ ਅਤੇ ਫਿਰ ਇਸ ਦਾ ਹੱਲ ਕਰਨਾ ਹੈ। ਸੰਖਿਆ ਹੈ 369, ਇਸ ਦਾ ਹੱਲ ਹੈ 3 ਸੈਂਕੜੇ, 6 ਦਹਾਈਆਂ ਅਤੇ 9 ਇਕਾਈਆਂ। ਬੱਚਿਓ, ਹੁਣ ਅਸੀਂ ਸੰਖਿਆਵਾਂ ਦੇ ਵਿਸਤ੍ਰਿਤ ਰੂਪ ਨੂੰ ਮਾਨ ਕਾਰਡ ਦੀ ਮਦਦ ਨਾਲ ਸਿੱਖਾਂਗੇ। ਸਾਡੇ ਕੋਲ ਸੰਖਿਆ ਹੈ 662। ਜਦੋਂ ਇਸ ਦੇ ਮਾਨ ਕਾਰਡ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਸਾਡੇ ਕੋਲ ਇਸ ਦਾ ਵਿਸਤ੍ਰਿਤ ਰੂਪ ਬਣਦਾ ਹੈ 662। ਜਦੋਂ ਅਸੀਂ ਇਸ ਨੂੰ ਆਪਸ ਵਿੱਚ ਮਿਲਾ ਦਿੰਦੇ ਹਾਂ ਤਾਂ ਸਾਡੇ ਕੋਲ ਬਣ ਜਾਂਦਾ ਹੈ 660 ਤੇ 2 662। ਜਦੋਂ ਅਸੀਂ ਇਸ ਨੂੰ ਲਿਖਣਾ ਹੈ ਤਾਂ ਅਸੀਂ ਲਿਖਾਂਗੇ ਸੰਖਿਆ 662 ਬਰਾਬਰ 600 ਜਮਾ 60 ਜਮਾ 2। 662 ਬਰਾਬਰ 600 ਜਮਾ 60 ਜਮਾ 2। ਬੱਚਿਓ, ਤੁਸੀਂ ਇਸ ਸਵਾਲ ਦੀ ਰਕਮ ਨੂੰ ਆਪਣੀਆਂ ਕਾਪੀਆਂ ਉੱਪਰ ਲਿਖਣਾ ਹੈ। ਹੇਠ ਦਿੱਤੀਆਂ ਸੰਖਿਆਵਾਂ ਦਾ ਵਿਸਤ੍ਰਿਤ ਰੂਪ ਲਿਖੋ, ਫਿਰ ਉਸ ਸੰਖਿਆ ਨੂੰ ਲਿਖ ਕੇ ਉਸ ਦਾ ਹੱਲ ਲਿਖਣਾ ਹੈ। ਜਿਸ ਤਰ੍ਹਾਂ ਆਪਣੇ ਕੋਲ ਸੰਖਿਆ 662 ਹੈ ਤਾਂ ਆਪਾਂ ਇਸ ਦਾ ਹੱਲ ਲਿਖਾਂਗੇ 600 ਜਮਾ 60 ਜਮਾ 2। ਬੱਚਿਓ, ਜੇਕਰ ਆਪਣੇ ਕੋਲ ਕਿਸੇ ਸੰਖਿਆ ਦਾ ਵਿਸਤ੍ਰਿਤ ਰੂਪ ਦਿੱਤਾ ਹੋਵੇ ਅਤੇ ਉਸ ਤੋਂ ਸੰਖਿਆ ਬਣਾਉਣੀ ਹੋਵੇ ਤਾਂ ਆਪਾਂ ਕਿਸ ਤਰ੍ਹਾਂ ਬਣਾਵਾਂਗੇ, ਆਓ ਸਿੱਖਦੇ ਹਾਂ। ਸਾਡੇ ਕੋਲ ਦਿੱਤਾ ਹੈ 658। ਜਦੋਂ ਅਸੀਂ ਇਹਨਾਂ ਨੂੰ ਆਪਸ ਵਿੱਚ ਮਿਲਾਉਂਦੇ ਹਾਂ 50 8 58, ਤੇ ਜਦੋਂ ਇਸ ਨੂੰ 600 ਨਾਲ ਮਿਲਾਉਂਦੇ ਹਾਂ ਤਾਂ ਸਾਡੇ ਕੋਲ ਸੰਖਿਆ ਬਣ ਜਾਏਗੀ 658। ਤਾਂ ਇਸ ਨੂੰ ਕਿਸ ਤਰ੍ਹਾਂ ਆਪਾਂ ਲਿਖ ਸਕਦੇ ਹਾਂ? ਜਿਹੜੇ ਆਪਣੇ ਕੋਲ ਮਾਨ ਕਾਰਡ ਦਿੱਤੇ ਨੇ 650 8, ਇਹਨਾਂ ਨੂੰ ਜਦੋਂ ਆਪਾਂ ਆਪਸ ਵਿੱਚ ਜੋੜਾਂਗੇ ਤਾਂ ਸਾਡੇ ਕੋਲ ਜੋ ਸੰਖਿਆ ਆਏਗੀ ਉਹ ਆਏਗੀ 658।
600 जमा 50 जमा 8 बराबर 658। ਬੱਚਿਓ ਘਰ ਵਿੱਚ ਤੁਸੀਂ ਇਸ ਸਵਾਲ ਦੀ ਰਕਮ ਨੂੰ ਪਹਿਲਾਂ ਆਪਣੀਆਂ ਕਾਪੀਆਂ ਉੱਪਰ ਲਿਖਣਾ ਹੈ। ਵਿਸਤ੍ਰਿਤ ਰੂਪ ਤੋਂ ਸੰਖਿਆ ਲਿਖੋ, ਫਿਰ ਇਸ ਸੰਖਿਆ ਦਾ ਰਕਮ ਲਿਖ ਕੇ ਉਸ ਨੂੰ ਹੱਲ ਕਰਨਾ ਹੈ। Hello children. Today we are going to discuss lesson 2. Title of the lesson is A Visit to a Park. Listen carefully. A visit to a park. And today we will discuss about the picture walk. For this lesson, look at the picture, how beautiful and colorful it is. You can see so many things. Let's learn some words from this picture. Look at the picture. So many things, so many people are there. And we are going to learn some words with the help of this picture. You can see many children are there. Yes, a girl, a boy, a lady, and a baby is there. Yes, what else do you see? Who is there? Yes, can you guess? Who is he? He is a gardener. Gardener. What is this? A slide, a swing, a bench. A bench is there. A tree. Some more trees are there. Then a pool and a fountain. A fountain is running. Ducks. Yes, can you see? Ducks. Bicycle is there. Then sky. In the sky, the sun. A kite. A kite is there. And so many birds are there. Birds. Some clouds also there. We can see some clouds. So, anything left? Yes. Okay. Some flowers are there. And we can see some butterflies are also there. So, we have learnt so many words. Let's write these words. Children. Then a swing, a slide. Children are enjoying slide. A bench is there. A bench. On the bench there is a lady and a baby. Then who is there? Who's watering the plants? Yes, gardener. Then there's a big tree and a pool. And in the pool there's a fountain. Fountain is running. And you can see some ducks. Ducks are there. Yes, near the ducks there's a bicycle and sky, sun, some birds you can see, then a kite. Kite is flying, and downwards there are flowers. Then butterflies are there. Near the flowers, butterflies are there. And gardener is watering some plants. Plants are there. Oh, so many words. Yes, you can see so many words are there. And with the help of picture, we have learnt so many words. Students, now it's time for your homework. And your homework is write these words in your notebook. These words are
sun, sky, pool, tree, kite, lady, baby, and ducks. Students, keep learning. Thank you. ਸ਼ੁਭ ਸਵੇਰ ਮੇਰੇ ਬੀਬੇ ਬੱਚਿਓ, ਕਿਵੇਂ ਹੋ ਤੁਸੀਂ ਸਾਰੇ? ਠੀਕ ਹੋ? ਠੀਕ ਹੀ ਚਾਹੀਦੇ ਮੇਰੇ ਬੱਚੇ। ਅੱਛਾ, ਚੌਥੀ ਜਮਾਤ ਦੇ ਬੱਚੇ ਪੰਜਾਬੀ ਵਿਸ਼ੇ ਦਾ ਕਿਹੜਾ ਪਾਠ ਪੜ੍ਹ ਰਹੇ ਨੇ? ਕਿਹੜਾ ਪੜ੍ਹ ਰਹੇ ਨੇ ਜੀ? ਪਾਠ ਤੀਜਾ, ਬਾਲ ਸੁਖਦੇਵ। ਬਿਲਕੁਲ ਸਹੀ। ਤੇ ਬਾਲ ਸੁਖਦੇਵ ਵਿੱਚ ਜੋ ਕੁਝ ਪੜਿਆ ਹੈ ਉਹ ਯਾਦ ਵੀ ਹੈ? ਬਿਲਕੁਲ ਯਾਦ ਵੀ ਹੈ ਨਾ? ਅੱਜ ਮੈਂ ਵੀ ਤੁਹਾਡੇ ਨਾਲ ਕੁਝ ਯਾਦ ਰੱਖਣ ਯੋਗ ਗੱਲਾਂ ਕਰਨੀਆਂ ਨੇ, ਜਿਹੜੀਆਂ ਕਿ ਤੁਹਾਡੀ ਪਾਠ ਪੁਸਤਕ ਦੇ ਪੰਨਾ ਨੰਬਰ 14 ਤੇ ਦਰਜ ਪਾਠ ਅਭਿਆਸ ਦੇ ਪਹਿਲੇ ਨੰਬਰ ਤੇ ਨੇ। ਅੱਜ ਮੇਰੇ ਕੋਲ ਤੁਹਾਨੂੰ ਵਿਖਾਉਣ ਲਈ ਇਹ ਤਸਵੀਰ ਹੈ। ਇਹ ਤਸਵੀਰ ਕਿਸ ਦੀ ਹੈ ਬੱਚੇ? ਪਛਾਣੋ ਤਾਂ ਜਰਾ। ਇਹ ਤਸਵੀਰ ਸੁਖਦੇਵ ਦੀ ਹੈ। ਤਾਂ ਸੁਖਦੇਵ ਦੇ ਜਨਮ ਸਥਾਨ ਬਾਰੇ ਵੀ ਦੱਸ ਦਿਓ ਫਟਾਫਟ ਬੱਚਿਓ। ਬਿਲਕੁਲ ਸਹੀ। ਆਓ ਇਸ ਬਾਰੇ ਗੱਲ ਕਰੀਏ। ਇਹ ਤਸਵੀਰ ਵੇਖੋ, ਕਿਸੇ ਨੇ ਇਹ ਸ਼ਹਿਰ ਵੇਖਿਆ ਹੈ? ਕਿਹੜਾ ਸ਼ਹਿਰ ਹੈ ਇਹ? ਇਹ ਸ਼ਹਿਰ ਹੈ ਲੁਧਿਆਣਾ। ਜੇ ਕੋਈ ਬੱਚਾ ਗਿਆ ਹੋਵੇਗਾ ਤਾਂ ਉਸ ਨੂੰ ਲੁਧਿਆਣੇ ਦੇ ਇਹ ਸਥਾਨਾਂ ਨੂੰ ਵੇਖ ਕੇ ਪਤਾ ਲੱਗ ਗਿਆ ਹੋਵੇਗਾ ਕਿ ਇਹ ਸ਼ਹਿਰ ਹੈ ਲੁਧਿਆਣਾ। ਤੇ ਇਸੇ ਸ਼ਹਿਰ ਦੇ ਵਿੱਚ ਸੁਖਦੇਵ ਦਾ ਜਨਮ ਹੋਇਆ। ਪੰਜਾਬ ਦਾ ਇਹ ਖੂਬਸੂਰਤ ਇਤਿਹਾਸਿਕ ਸ਼ਹਿਰ ਹੌਜ਼ਰੀ ਦੇ ਉਦਯੋਗ ਲਈ ਵੀ ਬਹੁਤ ਪ੍ਰਸਿੱਧ ਹੈ। ਪਿਆਰੇ ਬੱਚਿਓ, ਇਸ ਨੂੰ ਲਿਖ ਲਓ। ਸ਼ਹੀਦ ਸੁਖਦੇਵ ਦਾ ਜਨਮ ਲੁਧਿਆਣਾ ਵਿੱਚ ਹੋਇਆ। ਹਾਂਜੀ ਬੱਚਿਓ, ਹੁਣ ਤੁਸੀਂ ਇਹ ਤਸਵੀਰ ਵੇਖੋ। ਇਹ ਤਸਵੀਰ ਕਿੱਥੋਂ ਦੀ ਹੈ? ਪਤਾ ਲੱਗ ਗਿਆ ਹੈ ਨਾ? ਟੂਰ ਤੇ ਵੀ ਜਾਂਦੇ ਆ ਆਪਾਂ। ਟੂਰ ਤੇ ਗਏ ਸੀ ਨਾ ਬੱਚਿਓ। ਤਾਂ ਇਹ ਤਸਵੀਰ ਜਲਿਆਂਵਾਲਾ ਬਾਗ ਦੀ ਹੈ। ਜਲਿਆਂਵਾਲਾ ਬਾਗ ਵਿੱਚ ਇੱਕ ਸਾਕਾ ਹੋਇਆ ਸੀ। ਤਾਂ ਮੈਨੂੰ ਕੋਈ ਦੱਸ ਸਕਦਾ ਹੈ ਉਹ ਸਾਕਾ ਕੀ ਸੀ ਤੇ ਕਦੋਂ ਹੋਇਆ ਸੀ? ਬਿਲਕੁਲ ਜੀ, ਇਹ ਸਾਕਾ ਹੋਇਆ ਸੀ ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ। ਵਿਸਾਖੀ ਵਾਲੇ ਦਿਨ ਜਦੋਂ ਲੋਕ ਵਿਸਾਖੀ ਵੇਖ ਰਹੇ ਸੀ ਤਾਂ ਜਨਰਲ ਡਾਇਰ ਨੇ ਉਹਨਾਂ ਨਿਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ। ਤਾਂ ਬਹੁਤ ਸਾਰੇ ਨਿਹੱਥੇ ਲੋਕ ਮਾਰੇ ਗਏ ਸੀ। ਤਾਂ ਜਲਿਆਂਵਾਲੇ ਬਾਗ ਦੇ ਵਿੱਚ ਕਦੋਂ ਸਾਕਾ ਵਾਪਰਿਆ ਸੀ? 13 ਅਪ੍ਰੈਲ 1919 ਨੂੰ। ਤਾਂ ਇਸ ਨੂੰ ਇਸ ਤਰ੍ਹਾਂ ਲਿਖਦੇ ਹਾਂ, ਜਲਿਆਂਵਾਲੇ ਬਾਗ ਦਾ ਸਾਕਾ 13 ਅਪ੍ਰੈਲ 1919 ਨੂੰ ਵਾਪਰਿਆ। ਪਿਆਰੇ ਬੱਚਿਓ, ਇਹ ਤਸਵੀਰ ਵੇਖੋ ਕਿਸ ਦੀ ਹੈ? ਇਹ ਤਸਵੀਰ ਵੇਖ ਕੇ ਤੁਸੀਂ ਪਛਾਣ ਗਏ ਹੋਵੋਗੇ। ਇਹ ਤਸਵੀਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਹੈ। ਬੱਚਿਓ, ਇਹ ਤਿੰਨੋਂ ਸਾਥੀ ਮਹਾਨ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਸਨ। ਇਹਨਾਂ ਨੇ ਜ਼ਾਲਮ ਅੰਗਰੇਜ਼ ਸਰਕਾਰ ਦੇ ਵਿਰੁੱਧ ਆਵਾਜ਼ ਉਠਾਈ। ਇਸ ਕਰਕੇ ਸੁਖਦੇਵ ਨੂੰ ਆਪਣੇ ਦੋ ਹੋਰ ਸਾਥੀਆਂ ਭਗਤ ਸਿੰਘ ਤੇ ਰਾਜਗੁਰੂ ਦੇ ਨਾਲ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ। ਤਾਂ ਇਸ ਨੂੰ ਆਪਾਂ ਇੰਜ ਲਿਖ ਲੈਂਦੇ ਹਾਂ, 23 ਮਾਰਚ 1931 ਨੂੰ ਸੁਖਦੇਵ ਨੂੰ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਫਾਂਸੀ ਦਿੱਤੀ ਗਈ। ਇਹਨਾਂ ਦੱਸੀਆਂ ਹੋਈਆਂ ਗੱਲਾਂ ਨੂੰ ਬੱਚਿਓ ਇੱਕ ਵਾਰ ਫਿਰ ਤੋਂ ਦੁਹਰਾਉਂਦੇ ਹਾਂ। ਸ਼ਹੀਦ ਸੁਖਦੇਵ ਦਾ ਜਨਮ ਲੁਧਿਆਣਾ ਵਿੱਚ ਹੋਇਆ। ਜਲਿਆਂਵਾਲੇ ਬਾਗ ਦਾ ਸਾਕਾ 13 ਅਪ੍ਰੈਲ 1919 ਨੂੰ ਵਾਪਰਿਆ। 23 ਮਾਰਚ 1931 ਨੂੰ ਸੁਖਦੇਵ ਨੂੰ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਫਾਂਸੀ ਦਿੱਤੀ ਗਈ। ਪਿਆਰੇ ਬੱਚਿਓ, ਇਹਨਾਂ ਦੱਸੀਆਂ ਹੋਈਆਂ ਗੱਲਾਂ ਨੂੰ ਤੁਸੀਂ ਆਪਣੇ ਧਿਆਨ ਦੇ ਵਿੱਚ ਰੱਖਣਾ ਹੈ। ਇਸ ਨੂੰ ਯਾਦ ਕਰਨਾ ਹੈ ਕਿਉਂਕਿ ਇਹ ਯਾਦ ਰੱਖਣ ਯੋਗ ਗੱਲਾਂ ਨੇ। ਇਹਨਾਂ ਗੱਲਾਂ ਨੂੰ ਤੁਸੀਂ ਆਪਣੀ ਸੁੰਦਰ ਲਿਖਾਈ ਦੇ ਵਿੱਚ ਆਪਣੀ ਕਾਪੀ ਦੇ ਉੱਤੇ ਲਿਖ ਲੈਣਾ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਦੇਖੋ
ਮੇਰੇ ਕੋਲ 2 ਘੜੀਆਂ ਨੇ। ਤਾਂ ਬੱਚਿਓ ਤੁਸੀਂ ਦੱਸ ਸਕਦੇ ਹੋ ਇਸ ਘੜੀ ਵਿੱਚ ਕਿੰਨੇ ਅੰਕ ਹਨ? ਹਾਂਜੀ, 1 ਤੋਂ ਲੈ ਕੇ 12 ਤੱਕ। ਤੇ ਇਸ ਘੜੀ ਵਿੱਚ ਕਿੰਨੇ ਅੰਕ ਹਨ? ਦੱਸ ਸਕਦੇ ਹੋ? ਨਹੀਂ। ਕਿਉਂ? ਕਿਉਂਕਿ ਬੱਚਿਓ ਇਹ ਅੰਕ ਰੋਮਨ ਸੰਖਿਆ ਪ੍ਰਣਾਲੀ ਦੇ ਹਨ। ਇਹ ਸਾਡੀ ਹਿੰਦੂ ਅਰੇਬਿਕ ਸੰਖਿਆ ਪ੍ਰਣਾਲੀ ਤੋਂ ਵੱਖਰੇ ਹਨ। ਤਾਂ ਬੱਚਿਓ ਅਸੀਂ ਅੱਜ ਰੋਮਨ ਸੰਖਿਆ ਪ੍ਰਣਾਲੀ ਬਾਰੇ ਪੜਾਂਗੇ। ਬੱਚਿਓ ਰੋਮਨ ਅੰਕ ਪ੍ਰਣਾਲੀ ਸਿੱਖਣ ਲਈ ਅਸੀਂ ਪਹਿਲਾਂ 7 ਮੂਲ ਚਿੰਨ੍ਹ ਸਿੱਖਾਂਗੇ। ਇਹ ਰੋਮਨ ਅੰਕ ਪ੍ਰਣਾਲੀ ਦੇ ਉਹ 7 ਮੂਲ ਚਿੰਨ੍ਹ ਹਨ ਜਿਨ੍ਹਾਂ ਦੀ ਮਦਦ ਦੇ ਨਾਲ ਅਸੀਂ ਹੋਰ ਸੰਖਿਆਵਾਂ ਬਣਾ ਸਕਦੇ ਹਾਂ। ਤੇ ਇਹ 7 ਮੂਲ ਚਿੰਨ੍ਹ ਹਨ I, V, X, L, C, D ਤੇ M। ਤਾਂ ਬੱਚਿਓ ਇਹਨਾਂ ਮੂਲ ਚਿੰਨ੍ਹਾਂ ਦਾ ਸਾਡੀ ਹਿੰਦੂ ਅਰੇਬਿਕ ਸੰਖਿਆ ਪ੍ਰਣਾਲੀ ਵਿੱਚ ਕੀ ਮੁੱਲ ਹੈ ਅਸੀਂ ਉਹ ਵੀ ਜਾਣ ਲੈਂਦੇ ਹਾਂ। ਤਾਂ ਦੇਖੋ, ਹਿੰਦੂ ਅਰੇਬਿਕ ਸੰਖਿਆ ਅਨੁਸਾਰ I ਦਾ ਮੁੱਲ 1, V ਦਾ ਮੁੱਲ 5, X ਦਾ ਮੁੱਲ 10, L ਦਾ ਮੁੱਲ 50, C ਦਾ ਮੁੱਲ 100 ਤੇ D ਦਾ ਮੁੱਲ 500 ਤੇ M ਦਾ ਮੁੱਲ 1000 ਹੈ। ਤਾਂ ਬੱਚਿਓ ਇਹਨਾਂ 7 ਚਿੰਨ੍ਹਾਂ ਵਿੱਚੋਂ ਪਹਿਲੇ 3 ਚਿੰਨ੍ਹ ਵਰਤਦੇ ਹੋਏ ਅਸੀਂ 1 ਤੋਂ 12 ਤੱਕ ਦੀਆਂ ਸੰਖਿਆਵਾਂ ਸਿੱਖਾਂਗੇ। ਇਸ ਤਰ੍ਹਾਂ ਸਾਨੂੰ ਪਤਾ ਹੈ ਕਿ 1 ਲਈ I ਦਾ ਚਿੰਨ੍ਹ, ਤਾਂ ਅਸੀਂ I ਦੇ ਚਿੰਨ੍ਹ ਦੀ ਵਰਤੋਂ ਕਰਾਂਗੇ। 5 ਲਈ V ਤੇ 10 ਲਈ X ਦਾ ਚਿੰਨ੍ਹ ਹੈ। ਤੇ ਇਹਨਾਂ 3 ਮੂਲ ਚਿੰਨ੍ਹਾਂ ਨਾਲ ਅਸੀਂ ਬਾਕੀ ਦੇ ਅੰਕ ਬਣਾਵਾਂਗੇ। ਹੁਣ ਅਸੀਂ 2 ਲਿਖਣ ਲਈ I ਨੂੰ 2 ਵਾਰ ਦੁਹਰਾਵਾਂਗੇ। ਤਾਂ ਬੱਚਿਓ ਇਸੇ ਤਰ੍ਹਾਂ ਹੀ 3 ਸੰਖਿਆ ਲਿਖਣ ਲਈ ਅਸੀਂ I ਨੂੰ 3 ਵਾਰੀ ਦੁਹਰਾਵਾਂਗੇ। ਤਾਂ ਹੁਣ ਅਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਅਸੀਂ ਕੋਈ ਵੀ ਅੰਕ 3 ਵਾਰੀ ਤੋਂ ਵੱਧ ਦੁਹਰਾ ਨਹੀਂ ਸਕਦੇ। ਤੇ ਇਸ ਲਈ 4 ਦਾ ਅੰਕ ਬਣਾਉਣ ਲਈ ਅਸੀਂ 5 ਦੇ ਖੱਬੇ ਪਾਸੇ I ਦਾ ਚਿੰਨ੍ਹ ਲਗਾਵਾਂਗੇ, ਕਿਉਂਕਿ ਘਟਾਈ ਜਾਣ ਵਾਲੀ ਸੰਖਿਆ ਨੂੰ ਅਸੀਂ ਖੱਬੇ ਪਾਸੇ ਲਿਖਦੇ ਹਾਂ। 5 ਵਿੱਚੋਂ 1 ਘਟਾਉਣ ਤੇ 4 ਮਿਲਦਾ ਹੈ। ਤਾਂ ਅਸੀਂ 1 ਘਟਾ ਕੇ 5 ਦੇ ਖੱਬੇ ਪਾਸੇ ਲਿਖ ਕੇ 4 ਸੰਖਿਆ ਲਿਖਾਂਗੇ। ਤਾਂ ਵਧਾਈ ਜਾਣ ਵਾਲੀ ਸੰਖਿਆ ਅਸੀਂ ਸੱਜੇ ਪਾਸੇ ਲਿਖਾਂਗੇ, ਜਿਵੇਂ 5 ਜਮਾ 1 6। ਉਸੇ ਤਰ੍ਹਾਂ 5 ਵਿੱਚ ਅਸੀਂ 1 ਜੋੜ ਕੇ 6 ਅੰਕ ਲਿਖਾਂਗੇ। 7 ਲਿਖਣ ਲਈ ਅਸੀਂ 5 ਵਿੱਚ 2 ਅੰਕ ਜੋੜਾਂਗੇ। ਇਸੇ ਤਰ੍ਹਾਂ ਹੀ ਬੱਚਿਓ 8 ਲਿਖਣ ਲਈ 5 ਵਿੱਚ 3 ਅੰਕ ਜੋੜਾਂਗੇ। ਤਾਂ ਹੁਣ ਜਿਵੇਂ ਕਿ ਸਾਨੂੰ ਪਤਾ ਕਿ ਅਸੀਂ 3 ਵਾਰ ਤੋਂ ਵੱਧ ਕੋਈ ਵੀ ਅੰਕ ਦੁਹਰਾ ਨਹੀਂ ਸਕਦੇ, ਤਾਂ ਇਸ ਲਈ ਅਸੀਂ ਅਗਲੇ ਮੂਲ ਚਿੰਨ੍ਹ ਦੇ ਖੱਬੇ ਪਾਸੇ I ਦਾ ਚਿੰਨ੍ਹ ਲਗਾ ਕੇ ਇੱਕ ਮੁੱਲ ਘਟਾ ਕੇ ਉਸ ਦਾ ਮੁੱਲ 9 ਬਣਾਵਾਂਗੇ। 10 ਵਿੱਚੋਂ 1 ਘਟਾਉਣ ਤੇ 9 ਆਉਂਦਾ ਹੈ ਤੇ ਘਟਾਈ ਜਾਣ ਵਾਲੀ ਸੰਖਿਆ ਅਸੀਂ ਖੱਬੇ ਪਾਸੇ ਲਿਖਦੇ ਹਾਂ। ਤੇ 11 ਦਾ ਮੁੱਲ ਪ੍ਰਾਪਤ ਕਰਨ ਲਈ ਅਸੀਂ 10 ਵਿੱਚ 1 ਜਮ੍ਹਾਂ ਕਰ ਦੇਵਾਂਗੇ। ਇਸੇ ਤਰ੍ਹਾਂ ਹੀ 10 ਵਿੱਚ 2 ਜਮ੍ਹਾਂ ਕਰਕੇ ਅਸੀਂ 12 ਸੰਖਿਆ ਪ੍ਰਾਪਤ ਕਰ ਲਵਾਂਗੇ। ਤਾਂ ਬੱਚਿਓ ਰੋਮਨ ਅੰਕ ਪ੍ਰਣਾਲੀ ਦੇ 1 ਤੋਂ 12 ਤੱਕ ਦੇ ਰੋਮਨ ਅੰਕ ਅਸੀਂ ਅੱਜ ਸਿੱਖ ਲਏ ਹਨ। ਤਾਂ ਹੁਣ ਇਸ ਨੂੰ ਘਰ ਦੇ ਕੰਮ ਵਿੱਚ ਵੀ ਤੁਸੀਂ ਦੁਹਰਾਉਣਾ ਹੈ। ਤਾਂ ਤੁਸੀਂ ਆਪਣੀ ਕਾਪੀ ਉੱਪਰ ਬਹੁਤ ਸੁੰਦਰ ਲਿਖਾਈ ਵਿੱਚ ਇੱਕ ਪਾਸੇ ਹਿੰਦੂ ਅਰੇਬਿਕ ਅੰਕ ਤੇ ਦੂਸਰੇ ਪਾਸੇ ਰੋਮਨ ਅੰਕ ਲਿਖ ਲੈਣੇ ਹਨ। ਤਾਂ ਹਿੰਦੂ ਅਰੇਬਿਕ ਅੰਕਾਂ ਦੇ ਥੱਲੇ ਹਿੰਦੂ ਅਰੇਬਿਕ ਅੰਕ ਲਿਖਦੇ ਹੋਏ ਦੂਸਰੇ ਪਾਸੇ ਤੁਸੀਂ ਆਪਣੇ ਆਪ ਰੋਮਨ ਅੰਕ ਬਣਾਉਣੇ ਹਨ। ਤਾਂ ਆਪਣੀ ਕਾਪੀ ਉੱਪਰ ਤੁਸੀਂ ਇਸ ਤਰ੍ਹਾਂ ਸੁੰਦਰ ਲਿਖਾਈ ਵਿੱਚ ਲਿਖਣਾ ਹੈ। ਤਾਂ ਬੱਚਿਓ ਇੱਥੇ 1 ਤੋਂ 3 ਤੱਕ ਦੇ ਅੰਕ ਬਣਾਏ ਹੋਏ ਹਨ। ਤਾਂ ਇਸ ਤੋਂ ਅੱਗੇ ਦੇ ਅੰਕ 12 ਤੱਕ ਤੁਸੀਂ ਆਪਣੇ ਆਪ ਬਣਾਉਣੇ ਹਨ। ਪਿਆਰੇ ਬੱਚਿਓ, ਘਰ ਦੇ ਕੰਮ ਵਿੱਚ ਅਸੀਂ ਅੱਜ ਇੱਕ ਐਕਟੀਵਿਟੀ ਵੀ ਕਰਾਂਗੇ। ਇਸ ਐਕਟੀਵਿਟੀ ਲਈ ਅਸੀਂ ਮਾਚਿਸ ਦੀਆਂ ਤਿਲੀਆਂ ਲਵਾਂਗੇ ਤੇ ਇਸ ਨਾਲ ਅਸੀਂ ਰੋਮਨ ਅੰਕ ਬਣਾਵਾਂਗੇ। ਜਿਸ ਤਰ੍ਹਾਂ ਕਿ 1 ਲਈ I ਦਾ ਚਿੰਨ੍ਹ ਤੇ 5 ਲਈ V ਦਾ ਚਿੰਨ੍ਹ ਲਿਖਦੇ ਹਾਂ। ਤਾਂ ਬੱਚਿਓ ਇਹਨਾਂ ਤਿਲੀਆਂ ਦੀ ਮਦਦ ਨਾਲ ਅਸੀਂ ਇਹ ਅੰਕ ਬਣਾਉਣੇ ਸਿੱਖਾਂਗੇ। 10 ਲਈ X ਦਾ ਚਿੰਨ੍ਹ ਤੇ ਇਹਨਾਂ ਚਿੰਨ੍ਹਾਂ ਨੂੰ ਬਣਾਉਣਾ ਸਿੱਖ ਕੇ ਅਸੀਂ ਇਸ ਨੂੰ ਆਪਣੀ ਕਾਪੀਆਂ ਉੱਪਰ ਜਾਂ ਚਾਰਟ ਉੱਪਰ ਚਿਪਕਾ ਸਕਦੇ ਹਾਂ। ਇਸ ਤੋਂ ਇਲਾਵਾ ਬੱਚਿਓ ਤੁਸੀਂ ਕੋਈ ਵੀ ਰੰਗਦਾਰ ਚਾਰਟ ਲੈਣਾ ਹੈ, ਉਸ ਦੇ ਚਿੰਨ੍ਹ ਕੱਟ ਸਕਦੇ ਹੋ। ਇਹਨਾਂ ਚਿੰਨ੍ਹਾਂ ਨੂੰ ਕੱਟ ਕੇ ਵੀ ਤੁਸੀਂ ਆਪਣੀ ਨੋਟਬੁੱਕ ਜਾਂ ਚਾਰਟ ਉੱਪਰ ਚਿਪਕਾ ਸਕਦੇ ਹੋ। Hello students, today we are going to discuss lesson number 2, the farmer and the bullock cart. Students, I have already read this lesson. This lesson is really very interesting. It is about a farmer who has so many bags of wheat, right?
Dear students, we have already learned these 8 words with the help of this picture. Now, today we will frame some sentences for this picture using these words only. Okay? Let's start. Dear kids, what do you see in this picture? Yes, there is a farmer. Right, kids? Now tell me, where is the farmer sitting? Yes, he is sitting on a bullock cart. Right, kids? Now tell me, what else do you see in this picture? Yes, he has many bags of wheat. Right, kids? What else do you see in this picture? Yes, the sun is shining in the sky. Right, kids? Now tell me, what else do you see in this picture? Yes, there are clouds and birds in the sky. Right, kids? Yes. What else do you see in this picture? Yes, there are some plants. Right, kids? Now let's revise all these sentences once again. Okay? Let's begin. There is a farmer. He is sitting on a bullock cart. He has many bags of wheat. The sun is shining in the sky. There are clouds and birds in the sky. There are some plants. Okay, kids, we have framed these 6 sentences for the picture, right? I hope you enjoyed the class. Now it's time for your homework. Kids, your homework is make sentences for the following words. The first word is farmer. Second one is sun. Third is plants. Fourth is sky. And last one, fifth is birds. Okay, kids, make sentences for the following words. In your notebooks, write down beautifully and neatly. Give your best and have a nice day. प्यारे बच्चों, अब तक आप सभी स्वर सीख चुके हैं। इसी कड़ी में आगे बढ़ते हुए हम अगले वर्णों की तरफ बढ़ेंगे और व्यंजन सीखेंगे। उससे पहले कुछ मनोरंजन हो जाए, तो चलिए हम सब मिलकर एक व्यंजन गीत गुनगुनाते हैं। तो गाइए मेरे साथ। क से कबूतर उड़ रहे थे, आसमान में उड़ रहे थे। ख से खाना खा रहे थे, मिलकर सारे खा रहे थे। ग से गाना गा रहे थे, हम सब मिलकर गा रहे थे। घ से घर सजा रहे थे,
अपने घर को सजा रहे थे। ङ का घर है खाली, बच्चों बजाओ ताली। ङ का घर है खाली, बच्चों बजाओ ताली। च से चरखा चला रहे थे, हम सब कपड़ा बना रहे थे। छ से छाता खोल रहे थे, वर्षा से हम बच रहे थे। ज से जल में जा रहे थे, ज से जल में जा रहे थे। झ से झंडा लहरा रहे थे, झ से झंडा लहरा रहे थे। य का घर है खाली, बच्चों बजाओ ताली। य का घर है खाली, बच्चों बजाओ ताली। ट से टमाटर खा रहे थे, ट से टमाटर खा रहे थे। ठ से ठुमका लगा रहे थे, ठ से ठुमका लगा रहे थे। ड से डमरू बजा रहे थे, ड से डमरू बजा रहे थे। ढ से ढोलक बजा रहे थे, ढ से ढोलक बजा रहे थे। ण का घर है खाली, बच्चों बजाओ ताली। ण का घर है खाली, बच्चों बजाओ ताली। त से तरबूज खा रहे थे, थ से थकान मिटा रहे थे। थ से थकान मिटा रहे थे। द से दूध पी रहे थे, द से दूध पी रहे थे। ध से धनुष उठा रहे थे, ध से धनुष उठा रहे थे। न से नल दे पानी, बच्चों न कर शैतानी। न से नल दे पानी, बच्चों न कर शैतानी। प से पतंग उड़ा रहे थे, फ से फल खा रहे थे। फ से फल खा रहे थे। ब से बाजा बजा रहे थे, हम सब मौज मना रहे थे। भ से भक्ति कर रहे थे, भ से भक्ति कर रहे थे। म से मछली रानी, बच्चों न कर मनमानी। म से मछली रानी, बच्चों न कर मनमानी। य से यज्ञ रचा रहे थे, य से यज्ञ रचा रहे थे। र से रथ पर जा रहे थे, र से रथ पर जा रहे थे। ल से लड्डू हम खा रहे थे, व से वृक्ष लगा रहे थे, व से वृक्ष लगा रहे थे। बच्चों रखो हरियाली, मिलके बजाओ ताली। श से शलगम खा रहे थे, श से शलगम खा रहे थे। श से षटकोण बना रहे थे, श से षटकोण बना रहे थे। स से सरगम गा रहे थे, ह से हल चला रहे थे, ह से हल चला रहे थे। हम सब गाना गा रहे थे। क्ष से क्षत्रिय आ रहे थे, क्ष से क्षत्रिय आ रहे थे। त्र से त्रिशूल उठा रहे थे, त्र से त्रिशूल उठा रहे थे। ज्य से होता है ज्ञानी, कल सुनेंगे कहानी। ज्य से होता है ज्ञानी, कल सुनेंगे कहानी। तो प्यारे बच्चों, आपका आज का गृह कार्य है इस व्यंजन गीत को अच्छे से याद करना। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਤੁਸੀਂ ਪਾਠ 4 ਸ਼ਹੀਦ ਊਧਮ ਸਿੰਘ ਪੜ੍ਹ ਲਿਆ ਹੈ ਅਤੇ ਉਸ ਵਿੱਚ ਆਏ
ਔਖੇ ਸ਼ਬਦਾਂ ਦੇ ਅਰਥ ਵੀ ਕਰ ਲਏ ਹਨ। ਅੱਜ ਅਸੀਂ ਪਾਠ 4 ਵਿੱਚੋਂ ਪੈਰਾ ਪੜਾਂਗੇ ਅਤੇ ਉਸ ਵਿੱਚੋਂ ਪ੍ਰਸ਼ਨ ਉੱਤਰ ਕਰਾਂਗੇ। ਆਓ ਪੈਰਾ ਪੜ੍ਹਦੇ ਹਾਂ। ਊਧਮ ਸਿੰਘ ਨੂੰ ਇਹ ਇੱਕ ਸੁਨਹਿਰੀ ਮੌਕਾ ਜਾਪਿਆ। ਉਹ ਕਿਸੇ ਨਾ ਕਿਸੇ ਤਰ੍ਹਾਂ ਮੀਟਿੰਗ ਵਿੱਚ ਪਹੁੰਚ ਗਿਆ। ਅਜੇ ਮੀਟਿੰਗ ਖਤਮ ਹੀ ਹੋਈ ਸੀ ਕਿ ਉਸਨੇ ਆਪਣਾ ਲੁਕੋਇਆ ਹੋਇਆ ਪਿਸਤੌਲ ਕੱਢਿਆ ਤੇ ਮਾਈਕਲ ਉਡਵਾਇਰ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ। ਉਡਵਾਇਰ ਨੂੰ ਮਾਰ ਕੇ ਊਧਮ ਸਿੰਘ ਆਪਣੇ ਬਚਾਅ ਲਈ ਉੱਥੋਂ ਭੱਜਿਆ ਨਹੀਂ, ਉਹ ਉੱਥੇ ਹੀ ਡਟਿਆ ਖੜਾ ਰਿਹਾ। ਹਾਲਾਂ ਵੀ ਉਸ ਕੋਲ ਕਈ ਗੋਲੀਆਂ ਬਾਕੀ ਸਨ ਤੇ ਇੱਕ ਚਾਕੂ ਵੀ ਸੀ। ਜੇ ਉਹ ਚਾਹੁੰਦਾ ਤਾਂ ਹੋਰ ਅੰਗਰੇਜ਼ਾਂ ਨੂੰ ਮਾਰ ਕੇ ਉੱਥੋਂ ਭੱਜ ਸਕਦਾ ਸੀ। ਇਸ ਘਟਨਾ ਨਾਲ ਇੰਨਾ ਸਹਿਮ ਛਾ ਗਿਆ ਕਿ ਪੁਲਿਸ ਇੰਸਪੈਕਟਰ ਨੇ ਵੀ ਊਧਮ ਸਿੰਘ ਨੂੰ ਡਰਦਿਆਂ ਗ੍ਰਿਫਤਾਰ ਕੀਤਾ। ਤੇ ਬੱਚਿਓ, ਇਹ ਸੀ ਸਾਡਾ ਅੱਜ ਦਾ ਪਹਿਰਾ, ਜਿਸ ਵਿੱਚੋਂ ਅਸੀਂ ਕੁਝ ਪ੍ਰਸ਼ਨਾਂ ਦੇ ਉੱਤਰ ਅੱਜ ਕਰਾਂਗੇ। ਬੱਚਿਓ, ਸਾਡਾ ਪਹਿਲਾ ਪ੍ਰਸ਼ਨ ਹੈ, ਸ਼ਹੀਦ ਊਧਮ ਸਿੰਘ ਆਪਣੇ ਨਾਲ ਕਿਹੜੇ ਹਥਿਆਰ ਲੈ ਕੇ ਗਿਆ ਸੀ? ਬੱਚਿਓ, ਸਾਡੇ ਕੋਲ ਇਸ ਪ੍ਰਸ਼ਨ ਦੇ ਉੱਤਰ ਲਈ 4 ਵਿਕਲਪ ਨੇ ਤੇ ਅਸੀਂ ਕਿਸੇ ਇੱਕ ਸਹੀ ਵਿਕਲਪ ਦੀ ਚੋਣ ਕਰਨੀ ਹੈ। ਊੜਾ ਪਿਸਤੌਲ, ਐੜਾ ਬੰਦੂਕ, ਈੜੀ ਚਾਕੂ, ਸੱਸਾ ਪਿਸਤੌਲ ਤੇ ਚਾਕੂ। ਸਾਡਾ ਸਹੀ ਉੱਤਰ ਕੀ ਹੈ ਬੱਚਿਓ? ਬਿਲਕੁਲ ਸਹੀ, ਸ਼ਹੀਦ ਊਧਮ ਸਿੰਘ ਆਪਣੇ ਨਾਲ ਪਿਸਤੌਲ ਤੇ ਚਾਕੂ ਲੈ ਕੇ ਗਿਆ ਸੀ। ਮੀਟਿੰਗ ਵਿੱਚ ਪਹੁੰਚ ਕੇ ਸ਼ਹੀਦ ਊਧਮ ਸਿੰਘ ਨੇ ਕੀ ਕੀਤਾ? ਊੜਾ ਅੰਗਰੇਜ਼ਾਂ ਨਾਲ ਗੱਲਬਾਤ ਕੀਤੀ, ਐੜਾ ਮਾਈਕਲ ਉਡਵਾਇਰ ਨੂੰ ਗੋਲੀਆਂ ਮਾਰ ਦਿੱਤੀਆਂ, ਈੜੀ ਕਈ ਲੋਕਾਂ ਨੂੰ ਚਾਕੂ ਮਾਰ ਦਿੱਤੇ, ਸੱਸਾ ਸਾਰਿਆਂ ਨੂੰ ਗੋਲੀਆਂ ਮਾਰ ਦਿੱਤੀਆਂ। ਬੱਚਿਓ, ਤੁਸੀਂ ਇਸ ਪ੍ਰਸ਼ਨ ਦੇ ਉੱਤਰ ਲਈ ਬਿਲਕੁਲ ਸਹੀ ਅੰਦਾਜ਼ਾ ਲਗਾ ਰਹੇ ਹੋ ਤੇ ਇਸ ਦਾ ਉੱਤਰ ਹੈ ਵਿਕਲਪ ਐੜਾ। ਸ਼ਹੀਦ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਗੋਲੀਆਂ ਮਾਰ ਦਿੱਤੀਆਂ। ਬੱਚਿਓ, ਅਗਰ ਸਾਨੂੰ ਕੋਈ ਪ੍ਰਸ਼ਨ ਦਾ ਉੱਤਰ ਦੇਣ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਅਸੀਂ ਪੈਰੇ ਨੂੰ ਦੁਬਾਰਾ ਤੋਂ ਪੜ੍ਹ ਸਕਦੇ ਹਾਂ ਤਾਂ ਜੋ ਅਸੀਂ ਸਹੀ ਉੱਤਰ ਦੀ ਚੋਣ ਕਰ ਸਕੀਏ। ਸਾਡਾ ਅਗਲਾ ਪ੍ਰਸ਼ਨ ਹੈ, ਸ਼ਹੀਦ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਖਤਮ ਕਰਨ ਤੋਂ ਬਾਅਦ ਕੀ ਕੀਤਾ? ਊੜਾ ਉੱਥੋਂ ਭੱਜ ਗਿਆ, ਐੜਾ ਉੱਥੇ ਹੀ ਲੁਕ ਗਿਆ, ਈੜੀ ਆਪਣੀ ਸੀਟ ਤੇ ਬੈਠ ਗਿਆ, ਸੱਸਾ ਉੱਥੇ ਹੀ ਡਟ ਕੇ ਖੜਾ ਰਿਹਾ। ਤੇ ਸਾਡਾ ਸਹੀ ਉੱਤਰ ਹੈ ਵਿਕਲਪ ਸੱਸਾ। ਮਾਈਕਲ ਉਡਵਾਇਰ ਨੂੰ ਖਤਮ ਕਰਨ ਤੋਂ ਬਾਅਦ ਸ਼ਹੀਦ ਊਧਮ ਸਿੰਘ ਉੱਥੇ ਹੀ ਡਟ ਕੇ ਖੜਾ ਰਿਹਾ। ਸਾਡਾ ਅਗਲਾ ਪ੍ਰਸ਼ਨ ਹੈ, ਜਿਸ ਤਰ੍ਹਾਂ ਭੱਜ ਦਾ ਅਰਥ ਦੌੜ ਹੁੰਦਾ ਹੈ ਉਸ ਤਰ੍ਹਾਂ ਸਹਿਮ ਦਾ ਅਰਥ ਕੀ ਹੁੰਦਾ ਹੈ? ਊੜਾ ਨਿਡਰ, ਐੜਾ ਖਤਮ, ਈੜੀ ਡਰ, ਸੱਸਾ ਵਹਿਮ। ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਡਰ। ਸਹਿਮ ਦਾ ਅਰਥ ਡਰ ਹੁੰਦਾ ਹੈ। ਸਾਡਾ ਅਗਲਾ ਪ੍ਰਸ਼ਨ ਹੈ, ਸ਼ਹੀਦ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਗੋਲੀ ਕਦੋਂ ਮਾਰੀ? ਊੜਾ ਮੀਟਿੰਗ ਵਿੱਚ ਪਹੁੰਚਦੇ ਹੀ, ਐੜਾ ਮੀਟਿੰਗ ਦੇ ਖਤਮ ਹੁੰਦੇ ਹੀ, ਈੜੀ ਮੀਟਿੰਗ ਦੇ ਦੌਰਾਨ, ਸੱਸਾ ਉਪਰੋਕਤ ਵਿੱਚੋਂ ਕੋਈ ਨਹੀਂ। ਦੱਸੋ ਬੱਚਿਓ, ਇਸ ਦਾ ਉੱਤਰ ਕੀ ਹੈ? ਹਾਂ, ਇਸ ਦਾ ਸਹੀ ਉੱਤਰ ਹੈ ਵਿਕਲਪ ਐੜਾ। ਸ਼ਹੀਦ ਊਧਮ ਸਿੰਘ ਨੇ ਮਾਈਕਲ ਉਡਵਾਇਰ ਨੂੰ ਮੀਟਿੰਗ ਦੇ ਖਤਮ ਹੁੰਦੇ ਹੀ ਗੋਲੀ ਮਾਰੀ। ਬੱਚਿਓ, ਤੁਹਾਡਾ ਘਰ ਦਾ ਕੰਮ ਹੈ ਕਿ ਤੁਸੀਂ ਪੰਜਾਬੀ ਦੀ ਪਾਠ ਪੁਸਤਕ ਦੇ ਪੰਨਾ ਨੰਬਰ 22 ਅਤੇ 23 ਤੇ ਆਏ ਅਭਿਆਸੀ ਪ੍ਰਸ਼ਨ ਅਤੇ ਉੱਤਰ ਆਪਣੀ ਕਾਪੀ ਤੇ ਸੁੰਦਰ ਕਰਕੇ ਲਿਖਣੇ ਹਨ ਅਤੇ ਯਾਦ ਵੀ ਕਰਨੇ ਹਨ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਪਹਿਲਾਂ ਤੁਸੀਂ ਵੱਡੀ ਸੰਖਿਆ ਤੇ ਛੋਟੀ ਸੰਖਿਆ ਨੂੰ ਲੱਭਣਾ ਸਿੱਖ ਚੁੱਕੇ ਹੋ। ਅੱਜ ਆਪਾਂ ਕੁਝ ਨਵਾਂ ਸਿੱਖਾਂਗੇ।
ਬੱਚਿਓ ਦੇਖੋ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ? ਇਹ ਹਨ ਚਮਚ। ਕੀ ਤੁਸੀਂ ਦੱਸ ਸਕਦੇ ਹੋ ਇਹ ਕਿੰਨੇ ਕੁ ਚਮਚ ਨੇ? ਹਾਂਜੀ, ਅੰਦਾਜ਼ਾ ਤਾਂ ਅਸੀਂ ਲਗਾ ਹੀ ਸਕਦੇ ਹਾਂ। ਇਹ 10-15 ਚਮਚ ਹੋ ਸਕਦੇ ਨੇ। ਪਿਆਰੇ ਬੱਚਿਓ, ਇਸੇ ਤਰ੍ਹਾਂ ਅਸੀਂ ਆਮ ਜ਼ਿੰਦਗੀ ਵਿੱਚ ਵੀ ਕਈ ਚੀਜ਼ਾਂ ਦੇ ਲਈ ਅੰਦਾਜ਼ਾ ਹੀ ਲਗਾਉਂਦੇ ਆ ਜੋ ਕਿ ਅਸਲ ਦੇ ਲਗਭਗ ਨੇੜੇ ਦਾ ਹੀ ਹੁੰਦਾ ਹੈ ਤੇ ਇਸ ਅੰਦਾਜ਼ੇ ਨੂੰ ਬੋਲਦੇ ਨੇ ਨਿਕਟੀਕਰਨ। ਤੇ ਅੱਜ ਆਪਾਂ ਨਿਕਟੀਕਰਨ ਕਰਨਾ ਸਿੱਖਾਂਗੇ। ਬੱਚਿਓ, ਸਾਡੇ ਕੋਲ ਸੰਖਿਆਵਾਂ ਨੇ 6460 ਤੋਂ ਲੈ ਕੇ 6470 ਤੱਕ। ਹੁਣ ਅਸੀਂ ਕਰਾਂਗੇ ਦਹਾਈ ਵਿੱਚ ਨਿਕਟੀਕਰਨ। ਅਸੀਂ ਇੱਕ ਸੰਖਿਆ ਲੈਨੇ ਆ ਤੇ ਦੇਖਦੇ ਹਾਂ ਕਿ ਉਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਕੀ ਹੈ। ਸੰਖਿਆ ਸਾਡੇ ਕੋਲ 6464। ਤਾਂ ਦੇਖੋ ਉਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 6460 ਹੈ। ਇਸੇ ਤਰ੍ਹਾਂ ਪਿਆਰੇ ਬੱਚਿਓ 6463, 6462, 6461 ਇਸ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਹੈ 6460 ਜੋ ਕਿ ਪਿੱਛੇ ਵੱਲ ਹੈ। ਹੁਣ ਅਸੀਂ ਸੰਖਿਆ ਲੈਨੇ ਆ 6466। ਤਾਂ ਨੇੜਲੀ ਦਹਾਈ ਵਿੱਚ ਨਿਕਟੀਕਰਨ 6470। ਇਸੇ ਤਰ੍ਹਾਂ ਪਿਆਰੇ ਬੱਚਿਓ 6465, 6466, 6467, 6468 ਤੇ 6469 ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਹੈ 6470 ਜੋ ਕਿ ਅੱਗੇ ਵੱਲ। ਪਿਆਰੇ ਬੱਚਿਓ, ਹੁਣ ਅਸੀਂ ਕਰਾਂਗੇ ਨੇੜਲੀ ਦਹਾਈ ਵਿੱਚ ਨਿਕਟੀਕਰਨ। ਸੰਖਿਆ ਹੈ 6465। ਜਦੋਂ ਅਸੀਂ ਦਹਾਈ ਵਿੱਚ ਨਿਕਟੀਕਰਨ ਕਰਨਾ ਹੈ ਤਾਂ ਅਸੀਂ ਇਕਾਈ ਦੇ ਸਥਾਨ ਨੂੰ ਦੇਖਾਂਗੇ। ਇਕਾਈ ਦੇ ਸਥਾਨ ਤੇ ਜੇਕਰ ਸਾਡੇ ਕੋਲ 4, 3, 2, 1 ਹੁੰਦਾ ਹੈ ਤਾਂ ਦਹਾਈ ਸਥਾਨ ਦੇ ਅੰਕ 'ਚ ਕੋਈ ਬਦਲਾਵ ਨਹੀਂ ਹੋਵੇਗਾ। ਜੇਕਰ ਇਕਾਈ ਦੇ ਸਥਾਨ ਤੇ 5, 6, 7, 8, 9 ਹੁੰਦਾ ਹੈ ਤਾਂ ਦਹਾਈ ਸਥਾਨ ਦੇ ਅੰਕ 'ਚ 1 ਵੱਧ ਜਾਏਗਾ। ਸਾਡੇ ਕੋਲ ਸੰਖਿਆ ਹੈ 6465। ਤਾਂ ਦੇਖੋ ਬੱਚੇ, ਸਾਡੇ ਕੋਲ ਇਕਾਈ ਦੇ ਸਥਾਨ ਤੇ ਹੈ 5। ਤਾਂ ਅਸੀਂ ਦੇਖਦੇ ਹਾਂ ਇਸ ਨੂੰ ਸੰਖਿਆ ਪੱਟੀ ਤੇ, ਤਾਂ ਇਹ 5 ਹੈ। ਤਾਂ ਇਕਾਈ ਦੇ ਸਥਾਨ ਤੇ ਅਸੀਂ 0 ਰੱਖ ਦਾਂਗੇ। ਦਹਾਈ ਦੇ ਸਥਾਨ ਤੇ ਦੇਖੋ ਸਾਡੇ ਕੋਲ 5 ਇੱਥੇ ਹੋਣ ਕਰਕੇ 5 ਹੋਣ ਕਰਕੇ ਦਹਾਈ ਸਥਾਨ ਦੇ ਅੰਕ 'ਚ 1 ਵੱਧ ਜਾਏਗਾ ਤੇ ਸਾਡੇ ਕੋਲ ਦਹਾਈ ਦੇ ਸਥਾਨ ਤੇ 6 ਤੋਂ 7 ਹੋ ਜਾਏਗਾ। ਤੇ ਸਾਡੇ ਕੋਲ ਦੇਖੋ 6465 ਨੇੜਲੀ ਦਹਾਈ ਵਿੱਚ ਨਿਕਟੀਕਰਨ 6470 ਹੋਏਗਾ। ਇਸ ਨੂੰ ਅਸੀਂ ਇੱਕ ਆਸਾਨ ਤਰੀਕੇ ਨਾਲ ਵੀ ਕਰ ਸਕਦੇ ਹਾਂ। ਜੇਕਰ ਨਿਕਟੀਕਰਨ ਦਹਾਈ ਕਰਨਾ, ਪਿੱਛੇ 0 1 ਲਗਾਓ। 5 ਤੋਂ 9 ਇਕਾਈ ਦੇ ਲਈ ਦਹਾਈ ਦੇ ਵਿੱਚ 1 ਵਧਾਓ। ਬੱਚਿਓ, ਕਾਪੀ ਤੇ ਤੁਸੀਂ ਸਵਾਲ ਨੂੰ ਇਸ ਤਰ੍ਹਾਂ ਹੱਲ ਕਰਨਾ ਹੈ। ਅਭਿਆਸ 1.4 ਲਿਖਣਾ ਹੈ ਤੇ ਪਹਿਲਾ ਸਵਾਲ ਲਿਖਣਾ ਹੈ ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰੋ। ਸੀ ਸਵਾਲ ਲਿਖਣਾ ਹੈ ਤੇ ਉਸ ਨੂੰ ਹੱਲ ਕਰਨਾ ਹੈ। ਹੁਣ ਅਸੀਂ ਕਰਾਂਗੇ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ। ਸੰਖਿਆ ਸਾਡੇ ਕੋਲ 4580। ਬੱਚਿਓ, ਜਦੋਂ ਅਸੀਂ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰਨਾ ਹੈ ਤਾਂ ਅਸੀਂ ਦਹਾਈ ਦੇ ਸਥਾਨ ਨੂੰ ਦੇਖਦੇ ਹਾਂ। ਜੇਕਰ ਦਹਾਈ ਦੇ ਸਥਾਨ ਤੇ 4, 3, 2, 1 ਹੁੰਦਾ ਹੈ ਤਾਂ ਸੈਂਕੜੇ ਦੇ ਸਥਾਨ ਦੇ ਅੰਕ 'ਚ ਕੋਈ ਬਦਲਾਵ ਨਹੀਂ ਹੋਏਗਾ। ਤੇ ਜੇਕਰ ਸਾਡੇ ਕੋਲ ਦਹਾਈ ਦੇ ਸਥਾਨ ਤੇ 5, 6, 7, 8, 9 ਆਉਂਦਾ ਹੈ ਤਾਂ ਸੈਂਕੜੇ ਦੇ ਸਥਾਨ ਦੇ ਅੰਕ 'ਚ 1 ਵੱਧ ਜਾਏਗਾ। ਸੰਖਿਆ ਹੈ ਸਾਡੇ ਕੋਲ 4580। ਤਾਂ ਇਹਦੇ ਵਿੱਚ ਸਾਡੇ ਕੋਲ ਦਹਾਈ ਦੇ ਸਥਾਨ ਤੇ ਹੈ 8। ਦਹਾਈ ਦੇ ਸਥਾਨ ਤੇ ਅਸੀਂ 0 ਰੱਖਾਂਗੇ। ਦਹਾਈ ਦੇ ਸਥਾਨ ਤੇ 8 ਹੋਣ ਕਰਕੇ ਸੈਂਕੜੇ ਦੇ ਸਥਾਨ ਦੇ ਅੰਕ 'ਚ 1 ਵੱਧ ਜਾਏਗਾ ਤਾਂ 5 ਤੋਂ ਹੋ ਜਾਏਗਾ 6। ਤਾਂ ਦੇਖੋ ਸਾਡੇ ਕੋਲ 4580 ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 4600 ਹੋਏਗਾ। ਇਸ ਨੂੰ ਅਸੀਂ ਆਸਾਨ ਤਰੀਕੇ ਨਾਲ ਵੀ ਕਰ ਸਕਦੇ ਹਾਂ। ਜੇਕਰ ਨਿਕਟੀਕਰਨ ਸੈਂਕੜਾ ਕਰਨਾ, ਪਿੱਛੇ 2 0 ਲਗਾਓ। 5 ਤੋਂ 9 ਦਹਾਈ ਦੇ ਲਈ ਸੈਂਕੜੇ ਦੇ ਵਿੱਚ 1 ਵਧਾਓ। ਬੱਚਿਓ, ਤੁਸੀਂ ਅਭਿਆਸ 1.4 ਦਾ ਦੂਸਰਾ ਸਵਾਲ ਇਸ ਤਰ੍ਹਾਂ ਪਹਿਲਾਂ ਲਿਖਣਾ ਹੈ ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰੋ। ਡੀ ਸਵਾਲ ਲਿਖਣਾ ਹੈ ਤੇ ਉਸ ਨੂੰ ਇਸ ਤਰ੍ਹਾਂ ਹੱਲ ਕਰਨਾ ਹੈ। ਬੱਚਿਓ, ਅਭਿਆਸ 1.4 ਦਾ ਪਹਿਲਾ ਸਵਾਲ ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰੋ, ਇਸ ਦੇ ਸਾਰੇ ਭਾਗਾਂ ਨੂੰ। ਤੇ ਦੂਸਰਾ ਸਵਾਲ ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰੋ, ਇਸ ਦੇ ਸਾਰੇ ਭਾਗਾਂ ਨੂੰ ਕਾਪੀ ਤੇ ਹੱਲ ਕਰਨਾ ਹੈ। ਧੰਨਵਾਦ। Hello dear kids of class 5. We have read lesson 1, The Elves and the Shoemaker. Today we will discuss the next part, that is
Exercise number 6. Let's write. We will discuss as to how to use the given words to complete the sentences. Here we go. Firstly, look at the picture carefully. What can you see in the picture? Good. There is a dog who is playing with a ball. And there are some words also. So what we have to do? Yes, we have to use these words to complete the sentences which are given below. So let's start. First sentence is, this is my pet. This sentence is already complete, so that you can understand what we are supposed to do further. So first sentence is, this is my pet. Pet means an animal that is kept in the home. Okay? Second sentence is, its name is dash. So what we have to do? We have to complete this sentence using these words. Where is the name? Yes, have a look at the given words. Play, black, it, Kalu. Yes, we got our answer. Kalu. Now, read this sentence again. Its name is Kalu. Third sentence is, it is dash in color. Now we have to write colored name here. Let's find out. Here, yes, black. Black is a name of a color. Now read the complete sentence. It is black in color. Next sentence is, I dash with it. So we have to find out a word which fits here. I it with it? No, it doesn't make any sense. Okay? I play with it. Yes. So we got a complete sentence. I play with it. Last sentence is, dash is very dash. Oh, here are 2 blanks and here are 2 words left. The sentence is, dash is very dash. Dear kids, the word it comes in starting of the sentence. So here, it is very, and last word is faithful. It is very faithful. We all know how faithful means loyal animal dog is. Now we have completed all the sentences. We read it again. Number 1, this is my pet. Its name is Kalu. It is black in color. I play with it. It is very faithful. Hope you have understood well. Thank you. प्यारे बच्चों,
आप सब ने आत्मविश्वास पाठ का नाटकीय रूपांतर देखा और आनंद लिया। आत्मविश्वास अर्थात खुद पर भरोसा, खुद पर विश्वास। खुद पर विश्वास हो तो हम कुछ भी कर सकते हैं, कोई भी मुकाम हासिल कर सकते हैं। ऐसी ही एक लड़की की दास्तां मुझे याद आ रही है। वह लड़की थी अरुणिमा सिन्हा, जिसने एक हादसे में अपनी दोनों टांगें खो दी, परंतु उसने हिम्मत नहीं हारी, ना ही अपना आत्मविश्वास खोया। अपने उसी आत्मविश्वास पर उसने सबसे ऊंची चोटी, कौन सी, माउंट एवरेस्ट, वो फतेह करी। तो प्यारे बच्चों, कैसी भी परिस्थिति हो, कैसे भी हालात हों, कभी हिम्मत नहीं हारनी, हमेशा आगे बढ़ना है, अपने ऊपर पूरा भरोसा रखना है। कोई भी कार्य नामुमकिन नहीं होता। कैसी भी मुश्किल आ जाए, आपने कभी भी अपना आत्मविश्वास खोने नहीं देना। अपने उसी विश्वास से आप किसी भी मुश्किल को पार कर सकते हैं। तो चलिए आज हम अपनी पाठ्य पुस्तक से आत्मविश्वास पाठ का शब्द से शब्द पठन करते हैं। तो चलिए शुरू करें। पाठ 3 आत्मविश्वास। एक बार किसी स्कूल का वार्षिक परीक्षा परिणाम घोषित किया गया। स्कूल के प्रिंसिपल ने पास विद्यार्थियों के नाम बोले और उन्हें पास होने की बधाई दी। एक विद्यार्थी प्रिंसिपल द्वारा बोले गए परिणाम से नाखुश था, क्योंकि उसका नाम नहीं बोला गया था। उसने तुरंत खड़े होकर प्रिंसिपल से निवेदन किया। उसने कहा, सर, मेरा नाम नहीं बोला गया। प्रिंसिपल ने कहा कि जिनका नाम नहीं बोला गया वे फेल हैं। किंतु वह बालक आत्मविश्वासी था। जब उसने कहा कि ऐसा नहीं हो सकता, तो प्रिंसिपल ने उसे 5 रुपये जुर्माना लगा दिया। उसके बार बार कहने पर प्रिंसिपल ने जुर्माना बढ़ाकर 10 रुपये कर दिया, किंतु वह बालक अपनी बात पर अडिग रहा। इतने में स्कूल के क्लर्क ने प्रिंसिपल के पास आकर कहा, सर, क्षमा करें, आपको जो पास विद्यार्थियों की सूची दी गई थी, उसमें एक विद्यार्थी का नाम टाइप होने से रह गया था। कृपया पास विद्यार्थियों की सूची में एक विद्यार्थी का नाम और जोड़ लें। यह वही विद्यार्थी था जो प्रिंसिपल से अपने पास होने का दावा कर रहा था। वह केवल पास ही नहीं था, अपितु उसके अंक भी कक्षा में सबसे अधिक थे। बच्चों, ये बालक और कोई नहीं था, बल्कि डॉक्टर राजेंद्र प्रसाद थे, जो भारत के पहले राष्ट्रपति बने। प्यारे बच्चों, अभी आपने जिस बालक के बारे में पढ़ा, वह बालक हमारे आज़ाद भारत के पहले राष्ट्रपति डॉक्टर राजेंद्र प्रसाद थे। वे लोगों में बहुत ही लोकप्रिय थे। उन्हें राजेंद्र बाबू और देश रत्न कहकर भी पुकारा जाता था। आज के गृह कार्य में आप सबने पाठ को अच्छे से पढ़ना है और पाठ में आए कठिन शब्दों की सूची बनानी है। तो कल फिर मिलेंगे। बहुत ही सत्कारयोग अध्यापक साहिबान ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਪੰਜਾਬੀ ਦੀ ਸੁੰਦਰ ਲਿਖਾਈ ਦੇ ਵਿਸ਼ੇ ਤੇ ਆਪਣਾ ਪ੍ਰੋਜੈਕਟ ਹੈ ਜਿਹੜਾ ਚੱਲਦਾ ਪਿਆ ਆ, ਔਰ ਇਸੇ ਪ੍ਰੋਜੈਕਟ ਤਹਿਤ ਆਪਾਂ ਚੱਲਦੇ ਤੀਜੇ ਸੈੱਟ ਦੇ ਤੀਜੇ ਅੱਖਰ ਠੱਠਾ ਦੇ ਉੱਤੇ ਪਹੁੰਚ ਚੁੱਕੇ ਹਾਂ। ਹੁਣ ਬੱਚੇ ਤੁਸੀਂ ਧਿਆਨ ਦੇ ਨਾਲ ਬੋਰਡ ਦੇ ਉੱਤੇ ਦੇਖੋ, ਅੱਖਰ ਠੱਠਾ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਉਣੀ ਹੈ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਬੇਟਾ ਅਸੀਂ ਕੀ ਕਰਦੇ ਹਾਂ, ਜਿੰਨੀ ਅਸੀਂ ਅੱਖਰ ਦੀ ਚੜਾਈ ਰੱਖਣੀ ਆ, ਉੱਪਰਲੇ ਪਾਸੇ ਅਸੀਂ ਰੇਖਾ ਦੇ ਉੱਤੇ ਰੇਖਾ ਲੈ ਲੈਣੀ ਹੈ, ਬਿਲਕੁਲ ਰੇਖਾ ਦੇ ਉੱਤੇ ਰੇਖਾ। ਉਹਦੇ ਤੋਂ ਬਾਅਦ ਦੇ ਵਿੱਚ ਅਸੀਂ ਕੀ ਕਰਨਾ, ਉਸ ਰੇਖਾ ਦੇ ਸੈਂਟਰ ਦੇ ਵਿੱਚੋਂ ਲਗਭਗ 90 ਡਿਗਰੀ ਦੇ ਉੱਤੇ ਅਸੀਂ ਇੱਕ ਰੇਖਾ ਖਿੱਚਾਂਗੇ। ਲਗਭਗ 25, 30 ਤੋਂ 35% ਤੱਕ ਇਹ ਰੇਖਾ ਹੋ ਸਕਦੀ ਹੈ, ਅੱਧ ਤੱਕ ਨਹੀਂ ਲੈ ਕੇ ਆਵਾਂਗੇ। ਫਿਰ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਅਸੀਂ ਕੀ ਕਰਾਂਗੇ, ਅਸੀਂ ਇਸ ਬਿੰਦੂ ਤੋਂ, ਇਸ ਨੁੱਕਰ ਤੋਂ ਖੱਬੇ ਹੱਥ ਨੂੰ ਗੋਲਾਈ ਦਿੰਦੇ ਹੋਏ ਥੱਲੇ ਬੇਟਾ ਆ ਗਏ।
ਤੇ ਇੱਥੇ ਆ ਕੇ ਅਸੀਂ ਕੰਪਲੀਟ ਕਰ ਦਾਂਗੇ। ਫਿਰ ਬੇਟਾ ਧਿਆਨ ਨਾਲ ਦੇਖ ਲਓ ਅੱਖਰ ਠੱਠਾ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਵਾਂਗੇ। ਸਭ ਤੋਂ ਪਹਿਲਾਂ ਆਹ ਰੇਖਾ ਲੈ ਲਈ, ਉਹਦੇ ਤੋਂ ਬਾਅਦ ਦੇ ਵਿੱਚ ਇੱਥੋਂ 90 ਡਿਗਰੀ ਤੇ ਥੱਲੇ ਲਗਭਗ ਅੱਧ ਨਾਲੋਂ ਛੋਟੀ ਰੇਖਾ ਰੱਖਾਂਗੇ ਬੇਟਾ। ਭਾਵੇਂ ਇਹ 25 30 35% 25 30 35 40% ਤੱਕ ਵੀ ਹੋ ਸਕਦੀ ਹੈ, ਪਰ 50% ਤੇ ਨਹੀਂ ਜਾਵਾਂਗੇ ਅਸੀਂ, ਅੱਧ ਤੱਕ ਨਹੀਂ ਜਾਵਾਂਗੇ। ਔਰ ਇੱਥੋਂ ਫਿਰ ਅਸੀਂ ਇਸ ਪਾਸੇ ਨੂੰ ਗੋਲਾਈ ਦਿੰਦੇ ਹੋਏ ਇੱਥੋਂ ਘੁੰਮਦੇ ਹੋਏ ਇੱਥੇ ਆ ਜਾਾਂਗੇ। ਕਈ ਵਾਰੀ ਕੀ ਹੈ ਸਾਡੇ ਕੋਲ ਇੱਕਦਮ ਗੋਲਾਈ ਨਹੀਂ ਬਣਦੀ, ਉਹ ਫਿਰ ਅਸੀਂ ਆਹ ਸਟੈਪ ਵੀ ਇੱਥੋਂ ਇੱਥੇ ਆ ਗਏ, ਇੱਥੋਂ ਤੱਕ ਆ ਗਏ, ਤੇ ਇਧਰਲੇ ਪਾਸਿਓਂ ਫਿਰ ਇੱਥੇ ਆ ਕੇ ਵੀ ਅਸੀਂ ਇਸ ਅੱਖਰ ਨੂੰ ਪੂਰਾ ਕਰ ਸਕਦੇ ਹਾਂ। ਹੌਲੀ ਹੌਲੀ ਅਭਿਆਸ ਦੇ ਨਾਲ ਜਿਹੜੀ ਆ ਇਹ ਗੋਲਾਈ ਬਣਨ ਲੱਗ ਪੈਂਦੀ ਆ। ਸੋ ਬੇਟਾ ਇਹ ਸੀਗਾ ਅੱਖਰ ਠੱਠਾ। ਤੁਸੀਂ ਬੱਚਿਆਂ ਨੇ ਕੀ ਕਰਨਾ ਆ ਵੀ ਆਪਣੇ ਜਿਹੜੀ ਤੁਹਾਡੀਆਂ ਵਰਕਸ਼ੀਟਾਂ ਜਾਂ ਤੁਹਾਡੇ ਕੋਲੇ ਕਾਪੀਆਂ ਉਹਦੇ ਉੱਤੇ ਪੈਨਸਲ ਦੇ ਨਾਲ ਅਭਿਆਸ ਕਰਨਾ ਆ। ਤਾਂ ਇਸ ਅੱਖਰ ਦੇ ਨਾਲ ਹੀ ਬੇਟਾ ਆਪਣਾ ਤੀਜਾ ਸੈੱਟ ਵੀ ਜਿਹੜਾ ਕੰਪਲੀਟ ਹੋ ਗਿਆ, ਜਿਹਦੇ ਵਿੱਚ ਆਪਾਂ ਅੱਖਰ ਸਿੱਖੇ ਅੱਖਰ ਨੰਨਾ, ਅੱਖਰ ਲੱਲਾ ਤੇ ਅੱਖਰ ਠੱਠਾ। ਸੋ ਕੱਲ ਆਪਾਂ ਬੇਟਾ ਨਵੇਂ ਸੈੱਟ ਚੌਥੇ ਸੈੱਟ ਦੇ ਪਹਿਲੇ ਅੱਖਰ ਦੇ ਨਾਲ ਮਿਲਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।